फिर एक बारी निघा स्वागत। मैं राम चाहल प्रोग्राम अज का एक स्पैशल प्रोग्राम जिहड़ा कि भाजपा ते माफ करना बसपा ते अकालियां दा समझौता है उसके बारे बहुत सारिया गल्लां चल रही ने। मैं जो फोन आ रहे हैं बहुत तेज़ी के नाल उन्हां दी बढ़त हैगी आ। मैं बेनती करांगा कि सिर्फ टू दी पॉइंट जो साडा विषय आ उस दे विषय ते अपने विचार जिद्दां दे भी उन्हां दे मन चो वो रखण, लेकिन ज़्यादा लंबी गल करांगे तो जिहड़े होर साडे साथी आ ये भी वुलहैम्पटन तो आए ने, ये भी बहुत दूर तो आए ने, इन्हां दे विचार भी सुनने से तुहाडी भी रिस्पैक्ट करते हैं क्योंकि तुसीं भी टाइम कढ के नाले सुनते हैं नाले सानूं गल करते हैं। प्रेम मान जी साडे नाल कॉल ते ने। हाँ जी प्रेम मान जी। हाँ जी, जय भीम जय भारत जी। दोबारा फिर तुहानूं तिन्हां नूं जय भीम जय भारत जी, जय गुरदेव जी। ਇਹ ਜਿਹੜਾ ਜੀ ਕਿਦਾ ਨਾ BSP ਦੇ ਅਕਾਲੀਆਂ ਦਾ ਸਮਝੌਤਾ ਹੋਇਆ ਜੀ। ਵੈਸੇ ਤਾਂ ਇਹ ਸਮਝੌਤਾ ਦੇਖੋ ਅਗਰ ਸਾਡੇ ਲੋਕ ਆਪਣੇ ਲੋਕਾਂ ਦਾ ਸਾਥ ਦਿੰਦੇ ਤਾਂ ਕੋਈ ਸਮਝੌਤੇ ਦੀ ਕਿਸੇ ਦੀ ਜ਼ਰੂਰਤ ਨਹੀਂ ਸੀ ਜੀ। ਕਿਉਂ ਅਗਰ ਕੋਈ ਸਾਡੇ ਸਮਾਜ ਦਾ ਦੁਸ਼ਮਣ ਆ ਤਾਂ ਸਾਡਾ ਸਮਾਜ ਆਪਣਾ ਆ। ਬਿਲਕੁਲ ਬਾਬਾ ਸਾਹਿਬ ਤੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਕੀ ਸੀ ਕਿ ਜਿਹੜਾ ਮੇਰਾ ਸਮਾਜ ਆ ਉਹ ਹਜ਼ਾਰਾਂ ਸਾਲਾਂ ਤੋਂ ਲਟਾਇਆ ਗਿਆ। ਮਨੂਵਾਦੀਆਂ ਨੇ ਇਹਨੂੰ ਊਚ ਨੀਚ ਇਹਨੂੰ ਜਾਤੀ ਵਿੱਚ ਵਰਨ ਵਿਵਸਥਾ ਵਿੱਚ ਵੰਡ ਕੇ ਇਹਦੇ ਤੇ ਸਾਰੇ ਤਸ਼ੱਦਦ ਕੀਤੇ ਔਰ ਅਗਰ ਸਾਡਾ ਸਮਾਜ ਅਗਰ ਅੱਜ ਵੀ ਨਾ ਜਾਗੇ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨਕ ਹੱਕ ਲੈ ਕੇ ਦਿੱਤੇ ਆ ਉਹ ਸੰਵਿਧਾਨ ਦੀ ਰਾਖੀ ਕਰਨਾ ਕਿਹਦਾ ਫਰਜ਼ ਬਣਦਾ। ਅਸੀਂ ਬਾਬਾ ਸਾਹਿਬ ਦੇ ਦਿੱਤੇ ਹੋਏ ਹੱਕਾਂ ਦੀ ਅਗਰ ਅਸੀਂ ਅੱਜ ਰਾਖੀ ਨਾ ਕਰ ਸਕੇ ਤਾਂ ਅਸੀਂ ਆਪਣੇ ਆਉਣ ਵਾਲੀ ਔਲਾਦ ਨੂੰ ਕੀ ਦੱਸਾਂਗੇ। ਸਾਡੇ 131 ਮੈਂਬਰ ਬੈਠੇ ਐ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੇ ਕਿ ਬਾਬਾ ਸਾਹਿਬ ਦੇ ਦਿੱਤੇ ਹੋਏ ਰਿਜ਼ਰਵੇਸ਼ਨ ਸੀਟਾਂ ਤੋਂ ਅੱਜ ਉੱਥੇ ਸੰਵਿਧਾਨ ਦੀ ਖੇਰੂ ਮਤਲਬ ਪੱਤਾ ਉਹਦਾ ਬਖਿਆਰਿਆ ਜਾ ਰਿਹਾ। ਕੀ ਉਹ ਸਾਡੇ ਜਿਹੜੇ ਸਮਾਜ ਦੇ ਚੁਣੇ ਹੋਏ ਉੱਥੇ MP ਬੈਠੇ ਜਾ ਕੇ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਉਸ ਸੰਵਿਧਾਨ ਦੀ ਰੱਖਿਆ ਕਰਨ। ਦੂਸਰੀ ਗੱਲ ਹੈ ਕਿ ਜਿਹੜੀ ਅਗਰ ਕੋਈ ਵੀ ਪਾਰਟੀ ਜਿਹੜੀ ਸਾਡੇ ਸੰਵਿਧਾਨ ਔਰ ਬਾਬਾ ਸਾਹਿਬ ਦੇ ਮਿਸ਼ਨ ਦੇ ਸਾਡੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਉਲਟ ਕੰਮ ਕਰ ਰਹੀ ਉਹ ਸਾਡੀ ਦੁਸ਼ਮਣ ਹੈ। ਚਾਹੇ ਉਹ ਕਾਂਗਰਸ ਪਾਰਟੀ ਆ, ਚਾਹੇ ਉਹ BSP ਆ, ਚਾਹੇ ਉਹ BJP ਆ। ਇੱਕੋ ਹੀ BSP ਜਿਹੜੀ ਪਾਰਟੀ ਆ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੀ ਉਹਨੂੰ ਲੈ ਕੇ ਸੰਵਿਧਾਨ ਨੂੰ ਲਾਗੂ ਕਰਨਾ ਚਾਹੁੰਦੀ ਆ। ਨਾ ਅੱਜ ਤੱਕ 73 ਸਾਲ ਦੇ ਵਿੱਚ ਕਾਂਗਰਸ ਨੇ ਕਦੀ ਸੰਵਿਧਾਨ ਨੂੰ ਲਾਗੂ ਕੀਤਾ ਪੂਰੇ ਤੌਰ ਤੇ, ਨਾ ਅਕਾਲੀਆਂ ਨੇ, ਨਾ ਜਿਹੜੀ BJP ਪਾਰਟੀ ਆ, ਨਾ ਆਮ ਆਦਮੀ ਪਾਰਟੀ ਜਿਹੜੀ ਨਵੀਂ ਚੱਲੀ ਹੈ। ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹ ਮਨੂਵਾਦੀ ਸੋਚਦੀਆਂ ਨੇ। ਇੱਕੋ ਹੀ ਇੱਕ ਪਾਰਟੀ ਇਹਨਾਂ ਦਾ ਇੱਕੋ ਹੀ ਇੱਕ ਨਿਸ਼ਾਨਾ ਆ ਕਿ ਬਹੁਜਨ ਸਮਾਜ ਪਾਰਟੀ ਦੇ ਸਾਰੇ ਇਹ ਦੁਸ਼ਮਣ ਹੈ ਕਿਉਂਕਿ ਕਦੀ ਬਹੁਜਨ ਸਮਾਜ ਦਾ ਅਗਰ ਰਾਜ ਆ ਗਿਆ ਤਾਂ ਉਹ ਕਦੀ ਹਿੱਲਣ ਵਾਲਾ ਨਹੀਂ ਹੈ ਕਿਉਂਕਿ ਬਹੁਜਨ ਸਮਾਜ ਹੀ ਆਪਣੀਆਂ ਲੱਤਾਂ ਆਪ ਵੱਢ ਰਿਹਾ। ਕਿਉਂਕਿ ਜਿਹੜੇ ਸਾਡੇ ਵਿੱਚੋਂ ਬਕਾਊ ਬਣ ਕੇ ਦੂਸਰੀਆਂ ਪਾਰਟੀਆਂ ਵਿੱਚ ਜਾ ਕੇ ਬੈਠੇ ਚਾਹੇ ਕਾਂਗਰਸ 'ਚ ਹੋਣ, ਚਾਹੇ ਅਕਾਲੀਆਂ 'ਚ ਹੋਣ, ਚਾਹੇ BJP 'ਚ ਹੋਣ, ਇਹੀ ਸਾਡੇ ਸਮਾਜ ਦੇ ਦੁਸ਼ਮਣ ਆ। ਲੇਕਿਨ ਜਿਹੜਾ ਸਾਡਾ ਸਮਾਜ ਆ ਨਾ ਇਹ ਇੱਕ ਬਹੁਜਨ ਸਮਾਜ ਆ ਕਿ ਕੋਈ ਇਹ ਬਾਕੀ ਦੇ ਜਿਹੜੀ ਮਨੂਵਾਦੀ ਤੁਸੀਂ ਵਰਨ ਅਵਸਥਾ ਤੇ ਲੈ ਲਓ ਖੱਤਰੀ ਬ੍ਰਾਹਮਣ ਤੇ ਬੈਸ਼ ਤੇ ਬ੍ਰਾਹਮਣ ਇਹ ਬਾਕੀ ਸਾਰੇ ਸ਼ੂਦਰ ਹੈ। ਇਹਨਾਂ ਨੂੰ ਸਾਰਿਆਂ ਨੂੰ ਅਕਲ ਆਉਣੀ ਚਾਹੀਦੀ ਆ ਕਿ ਜਿਹੜਾ ਭਾਰਤ ਆ ਉਹ ਅਗਰ ਬਚਾਉਣਾ ਭਾਰਤ ਦਾ ਅਗਰ ਸੰਵਿਧਾਨ ਬਚਾਉਣਾ ਆ ਤਾਂ ਇੱਕੋ ਹੀ ਇੱਕ ਪਾਰਟੀ ਜਿਹੜੀ ਇਸ ਸੰਵਿਧਾਨ ਨੂੰ ਲੈ ਕੇ ਅੱਗੇ ਚੱਲ ਰਹੀ ਆ ਉਹ ਹੈ ਬਹੁਜਨ ਸਮਾਜ ਪਾਰਟੀ। ਚਾਹੇ ਅੱਜ ਇਹਨਾਂ ਨੇ ਅਕਾਲੀਆਂ ਨਾਲ ਸਮਝੌਤਾ ਕੀਤਾ ਕਿਉਂਕਿ ਅਗਰ ਸਾਡਾ ਸਮਾਜ ਸਾਥ ਦਿੰਦਾ ਕਿਸੇ ਦੀ ਕੋਈ ਜ਼ਰੂਰਤ ਨਹੀਂ। ਸਾਡਾ 32% ਜਾਂ ਕਿੰਨੇ ਪਰਸੈਂਟ ਆ ਅੱਜ ਤਕਰੀਬਨ 25% ਜਿਹੜੀਆਂ ਵੋਟਾਂ ਹੋ ਜਾਂਦੀਆਂ ਉਹਦਾ ਰਾਜ ਹੋ ਜਾਂਦਾ। ਤੇ ਇਸੇ ਕਰਕੇ ਅਗਰ ਕਾਂਗਰਸ ਪਾਰਟੀ ਸਾਡੇ ਬੰਦੇ ਜਿਹੜੇ ਕਾਂਗਰਸ ਨੂੰ ਵੋਟਾਂ ਦਿੰਦੇ ਆ ਜਾਂ BJP ਨੂੰ ਦਿੰਦੇ ਆ ਕਿ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣਾਉਣਾ ਆ। ਇਸ ਵੇਲੇ ਐਜੂਕੇਸ਼ਨ ਦਾ ਕੀ ਹਾਲ ਆ, ਸਾਨੂੰ ਹਸਪੀਟਲ ਉੱਥੇ ਕੋਈ ਪੁੱਛਦਾ ਨਹੀਂ ਹੈ। ਕਿਸੇ ਦਫ਼ਤਰ 'ਚ ਚੱਲ ਜਾਓ ਤਾਂ ਸਾਡੀ ਉੱਥੇ ਦੁਰਾਚਾਰੀ ਹੁੰਦੀ ਆ। ਸਾਡੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਹੋ ਰਹੀ ਕਿਤੇ ਵੀ। ਕੀ ਇਹ ਜਿਹੜਾ ਸਾਡਾ ਸਮਾਜ ਕਿਉਂ ਕੰਨਾਂ ਦੇ ਵਿੱਚ ਉਂਗਲੀਆਂ ਪਾ ਕੇ ਸੁੱਤਾ ਹੈ। हाँ जी, तुसीं ये कहना चाहुंदे आ कि जेकर ये समझौता हो जाए तो साडियां कुछ सीटां मतलब बहुजन समाज पार्टी दीयां कुछ सीटां आ जाणगीਆਂ और तुसीं ਇਹਦਾ ਸਵਾਗਤ ਕਰਦੇ ਹੋ। ਦੇਖੋ ਕੋਈ ਨਾ ਕੋਈ ਆਵਾਜ਼ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਅਸੈਂਬਲੀ ਦੇ ਵਿੱਚ ਉਠਾਏਗਾ। ਇਸ ਵੇਲੇ ਤਾਂ ਸਾਡਾ ਕੋਈ ਬੰਦਾ ਹੀ ਹੈ ਨਹੀਂ। ਥੈਂਕ ਯੂ ਜੀ, ਥੈਂਕ ਯੂ ਜੀ, ਜੈ ਭੀਮ ਜੈ। ਥੈਂਕ ਯੂ, ਬਹੁਤ ਮਿਹਰਬਾਨੀ। ਸੋ ਪਿਆਰੇ ਦਰਸ਼ਕੋ ਮਸਲਾ ਚੱਲ ਰਿਹਾ ਕਿ ਭਾਜਪਾ ਦੇ ਵਿਛੋੜੇ ਤੋਂ ਬਾਅਦ ਜੋ ਬਸਪਾ
ਦਾ ਜੋੜ ਮੁਹੱਬਤ ਆ ਪਈ ਆ, ਜਿਹੜੀ ਮੈਂ ਸ਼ੁਰੂ 'ਚ ਵੀ ਸ਼ੇਰ ਨਾਲ ਮੁਤਾਜ਼ਬ ਹੋਇਆ ਸੀਗਾ ਕਿ ਹੁਣ ਇਹ ਇੰਨਾ ਜਿਹੜਾ ਬੋਝ ਆ ਉਹ ਇਹ ਪਾਰਟੀ ਦੋਨੇ ਰਲ ਕੇ ਚੱਕਣਗੀਆਂ। ਇਸ ਤੋਂ ਪਹਿਲਾਂ ਵੀ ਗੱਲ ਹੋਈ, ਰਲ ਮਿਲ ਪੈਣਾ 21 ਪਾਏ। ਸੋ ਜੋ ਥੋੜ੍ਹਾ ਬਹੁਤਾ ਇੱਧਰੋਂ ਆ ਉਹ ਥੋੜ੍ਹਾ ਬਹੁਤਾ ਉੱਧਰੋਂ ਹੋ ਕੇ ਇਹ ਹੋ ਗਿਆ ਜੀ। ਹੋਲਡ ਕਰਨਾ ਜੀ। ਔਰ ਗਾਂਹ ਜਾ ਕੇ ਇਹਦੇ ਰਿਜ਼ਲਟ ਕੀ ਆਉਣਗੇ, ਮੈਂ ਉਹਦੇ ਬਾਰੇ ਭਗਵਾਨ ਬੱਦਨ ਜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਸ਼ਾਮ 84 ਤੋਂ ਲੜਦੇ ਹੁੰਦੇ ਸੀ ਰਾਮ ਲਵਾਇਆ ਜੀ, ਰਾਮ ਲਵਾਇਆ, ਉਹਨਾਂ ਦੀ ਵਾਈਫ ਦਾ ਕੀ ਨਾਂ ਸੀ? ਸੰਤੋਸ਼ ਚੌਧਰੀ। ਸੰਤੋਸ਼ ਚੌਧਰੀ। ਉਹ ਜਦੋਂ ਚੇਅਰਮੈਨ ਬਣੀ, ਮਜ਼ਦੂਰ ਕੁਛ ਇੱਦਾਂ ਦੇ ਚੇਅਰਮੈਨ ਬਣਾਇਆ ਸੀ ਉਹਨੂੰ। ਔਰ ਜਦੋਂ ਸਾਂਪਲੇ ਨੂੰ ਚੇਅਰਮੈਨ ਬਣਾਇਆ ਉਹ ਵੀ ਦਲਿਤ ਸਮਾਜ ਦਾ ਪਛੜੇ ਵਰਗ ਦਾ ਕੁਛ ਸੀਗਾ। ਜਦੋਂ ਟੀਨੋ ਨੂੰ ਬਣਾਇਆ ਉਹ ਵੀ ਪਛੜੇ ਵਰਗ ਦਾ ਸੀ। ਜਦੋਂ ਇੱਦਾਂ ਦੇ ਲੋਕ ਜਿਹੜੇ ਸਾਡੀ ਕਮਿਊਨਿਟੀ ਦੇ ਜਦੋਂ ਇਹ ਜਿੱਤ ਕੇ ਆਉਂਦੇ ਤੇ ਇਹਨਾਂ ਨੂੰ ਪਿਛੜਾ ਵਰਗ ਦਿੱਤਾ ਜਾਂਦਾ। ਉਹਨੂੰ ਜੋਬ ਹੀ ਉਹ ਦਿੱਤੀ ਜਾਂਦੀ, ਸਫਾਈ ਦੀ ਉਹ ਜੋਬ ਦਿੱਤੀ ਜਾਂਦੀ। ਮੈਂ ਪੱਕਾ ਕਰ ਲਿਆ ਤੁਹਾਨੂੰ ਵੀ ਉਹ ਸੰਤੋਸ਼ ਚੌਧਰੀ ਨੂੰ ਦਿੱਤੀ। ਸਵਾਲ ਲੈ ਕੇ ਜਾਣਾ ਅਸੀਂ ਲੇਖਰਾਜ ਜੀ, ਜੇਕਰ ਅਸੀਂ ਜਿੱਤ ਜਾਂਦੇ ਹਾਂ, ਸਾਡੀਆਂ 5 ਜਾਂ 7 ਸੀਟਾਂ ਜਿੱਤ ਜਾਂਦੇ ਹਾਂ, ਜਾਂ 10 ਜਾਂ 20 ਜਿੱਤ ਜਾਂਦੇ ਹਾਂ, ਫਿਰ ਜਿਹੜੀਆਂ ਸੀਟਾਂ ਦੇ ਵਿੱਚ ਗਾਂਹ ਜਾ ਕੇ ਜਿਹੜੀਆਂ ਸਾਨੂੰ ਮਿਲੂਗੀਆਂ, ਖਾਦੀ ਵਿਭਾਗ ਮਿਲੂਗਾ, ਸਫਾਈ ਕਰਮਚਾਰੀਆਂ ਦੇ ਅਹੁਦੇ ਮਿਲਣਗੇ, ਜਾਂ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਸਾਡੇ ਕੋਲ ਹੋਊਗਾ, ਜਾਂ ਹੋਮ ਮਿਨਿਸਟਰੀ ਸਾਡੇ ਕੋਲ ਹੋਏਗੀ। ਇਹ ਕੋਈ ਤੁਹਾਡੇ ਕੋਲ ਖਬਰ ਹੈ ਇੱਦਾਂ ਦੀ ਕੁਛ? ਇੱਕ ਵਾਰੀ ਫਿਰ ਕਾਂਛੀ ਟੀਵੀ ਦੇ ਦੇਖ ਰਹੇ ਦਰਸ਼ਕਾਂ ਨੂੰ ਬ੍ਰੇਕ ਤੋਂ ਬਾਅਦ ਜੈ ਗੁਰਦੇਵ ਜੈ ਭੀਮ ਜੀ। ਸੋ ਚਾਹ-ਸਾਥ ਧੰਨਵਾਦ ਤੁਹਾਡਾ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਆ। ਸੋ ਪਿਛਲੇ ਲੰਬੇ ਸਮੇਂ ਇਤਿਹਾਸ 'ਤੇ ਆਪਾਂ ਝਾਤੀ ਮਾਰੀਏ, ਕਾਂਗਰਸ BJP ਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਸਾਡੇ ਜਿਹੜੇ ਜਿੱਤ ਕੇ ਨੁਮਾਇੰਦੇ ਜਾਂਦੇ ਆ ਉਹਨਾਂ ਨੂੰ ਇਹ SC BC ਦੇ ਕਮਿਸ਼ਨ ਹੀ ਦਿੱਤੇ ਜਾਂਦੇ ਆ ਜਿਸ ਕਮਿਊਨਿਟੀ ਨਾਲ ਉਹ ਬਿਲੋਂਗ ਕਰਦੇ ਆ। ਸੋ ਇਸ ਤਰ੍ਹਾਂ ਦੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨੀਤੀ ਨਹੀਂ ਗੀ। 85% ਦੀ ਨੁਮਾਇੰਦਗੀ ਕਰਦੀ ਆ। 6743 ਜਾਤਾਂ ਬਹੁਜਨ ਸਮਾਜ ਪਾਰਟੀ ਚਾਹੁੰਦੀਆਂ, ਜਿਹਨੂੰ ਆਪਾਂ ਬਹੁਜਨ ਦੀ ਗੱਲ ਕਰਦੇ ਹਾਂ ਉਹਦੇ 'ਚ 85% ਆ ਜਾਂਦੇ। ਸੋ ਸਭ ਤੋਂ ਵੱਡੀ ਗੱਲ ਹੈ ਕਿ ਬਹੁਜਨ ਸਮਾਜ ਨੂੰ ਮਜ਼ਬੂਤ ਹੋਣ ਦੀ ਜ਼ਰੂਰਤ ਆ। ਅਸੀਂ ਮਤਲਬ ਇੰਨੇ ਮਜ਼ਬੂਤ ਹੋ ਜਾਈਏ ਕਿ ਦੂਸਰਾ ਜਿਹੜੀਆਂ ਪਾਰਟੀਆਂ ਉਹ ਮਜਬੂਰ ਹੋ ਜਾਣ ਗੱਠਜੋੜ ਕਰਨ ਦੇ ਲਈ। ਸੋ ਅੱਜ ਪੰਜਾਬ ਦੀ ਜਿਹੜੀ ਸਥਿਤੀ, ਪਿਛਲੇ 2 ਸਾਲ ਤੋਂ ਪੰਜਾਬ ਦੀ ਲੀਡਰਸ਼ਿਪ ਨੇ, ਸਰਦਾਰ ਜਸਵੀਰ ਸਿੰਘ ਗੜੀ ਸਾਡੇ ਜਿਹੜੇ ਸੂਬਾ ਪ੍ਰਧਾਨ, ਉਹਨਾਂ ਨੇ ਜੋ ਵਰਕ ਕਰਕੇ, ਜੋ ਮਿਹਨਤ ਕਰਕੇ ਪੰਜਾਬ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਆ, ਬਸਪਾ ਨੂੰ ਦੁਬਾਰਾ ਫਿਰ ਲਾਈਨ 'ਤੇ ਲੈ ਕੇ ਆਂਦਾ ਆ। ਉਹ ਅੱਜ ਦੇਖੋ ਤੁਸੀਂ ਮੀਡੀਆ, ਅਖਬਾਰਾਂ ਦੇ ਚੈਨਲ ਜਿੰਨੇ ਵੀ ਟੈਲੀਵਿਜ਼ਨ 'ਤੇ ਬੈਠ ਕੇ ਡਿਬੇਟ ਕਰ ਰਹੇ, ਜਿਨ੍ਹਾਂ ਨੇ ਕਦੇ ਬਸਪਾ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ ਹੁਣ ਸਮਝੌਤੇ ਦਾ ਦੁੱਖ ਲੱਗ ਰਿਹਾ ਆ। ਕਦੇ ਜਿਨ੍ਹਾਂ ਨੇ ਬਸਪਾ ਨੂੰ ਆਪਣੀ ਲਾਈਨ 'ਤੇ ਨਹੀਂ ਲੈ ਕੇ ਆਂਦਾ, ਕਦੇ ਉਹਨਾਂ ਨੇ ਲਿਖਿਆ ਨਹੀਂ ਵੀ ਬਹੁਜਨ ਸਮਾਜ ਪਾਰਟੀ ਨਾਂ ਦੀ ਕੋਈ ਪਾਰਟੀ ਆ। ਪਿਛਲੀਆਂ ਜਿੰਨੀਆਂ ਵੀ ਡਿਬੇਟਾਂ, ਟੈਲੀਵਿਜ਼ਨ ਚੈਨਲ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕਸ ਮੀਡੀਆ, ਸੋਸ਼ਲ ਮੀਡੀਆ ਦੇਖ ਲਏ, ਕਦੇ ਬਸਪਾ ਦੀ ਗੱਲ ਨਹੀਂ ਹੋਈ। ਅਤੇ ਅੱਜ ਪਿਛਲੇ 1 ਹਫ਼ਤੇ ਤੋਂ ਲਗਾਤਾਰ ਹਰ ਚੈਨਲ ਬਸਪਾ ਦੀ ਗੱਲ ਕਰ ਰਿਹਾ, ਕਿਉਂਕਿ ਬਸਪਾ ਦਾ ਸਮਝੌਤਾ ਹੋ ਗਿਆ। ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋਇਆ, ਜਿੱਤਣ ਦੇ ਚਾਂਸ ਹੈਗੇ ਆ। ਇਸ ਦੁੱਖ ਤੋਂ ਲੈ ਕੇ ਬਸਪਾ ਦਾ ਭੰਡੀ ਪ੍ਰਚਾਰ ਦੂਸਰੀਆਂ ਪਾਰਟੀਆਂ ਦੀ ਵੋਟ ਖਿਸਕਦੀ ਜਾ ਰਹੀ ਹੈ ਤਾਜ਼ਾ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਵੀ ਚੇਅਰਪਰਸਨ ਦੀ ਜਾਂ ਚੇਅਰਮੈਨੀ ਦੀ, ਇਸ ਤਰ੍ਹਾਂ ਦੀ ਕੋਈ ਨਹੀਂ। ਸਾਡੇ ਇਸ ਬਹੁਜਨ ਸਮਾਜ ਵਿੱਚ, ਬਹੁਜਨ ਸਮਾਜ ਪਾਰਟੀ 'ਚ 6743 ਜਾਤਾਂ, ਸਾਰੇ ਵਰਗਾਂ ਨੂੰ ਨੁਮਾਇੰਦਗੀ ਮਿਲੂਗੀ। ਸੋ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਨਹੀਂ ਗੀ ਜਿਹਦੇ 'ਚ ਸਾਨੂੰ ਕੋਈ ਇਤਰਾਜ਼ ਹੋਵੇ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਤੁਸੀਂ ਆਉਣੇ ਰਹੇ। ਹੈਲੋ ਜੀ। ਹੈਲੋ ਜੀ, ਤੁਸੀਂ ਆਉਣੇ ਰਹੇ ਜੀ। ਹੈਲੋ ਜੀ, ਹਾਂ ਮੈਂ ਬਲਿਹਾਰ ਸਿੰਘ ਰੰਧਾਵਾ ਬੋਲਦਾ। ਤੁਹਾਨੂੰ ਸਾਰੇ ਸਤਿਕਾਰਯੋਗ ਮੇਜ਼ਬਾਨਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਹਾਂ ਜੀ, ਮੈਂ ਇੱਕ ਦਿਨ ਤੁਹਾਡੇ ਅੱਗੇ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਸੀ। ਅੱਜ ਮੈਂ ਫਿਰ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਕਿਉਂਕਿ ਤੁਸੀਂ ਅੱਜ ਦੇ ਤਾਜ਼ਾ ਜੋ ਪੰਜਾਬ ਦੀ ਸਥਿਤੀ ਆ, ਜੋ ਗੱਠਜੋੜ ਹੋਇਆ, ਉਹਦੀ ਗੱਲ ਕਰ ਰਹੇ ਹੋ। ਮੈਂ 2 ਗੱਲਾਂ ਕਰਨੀਆਂ। ਪਹਿਲੀ ਗੱਲ, ਸਤਿਕਾਰਯੋਗ ਮੇਜ਼ਬਾਨ ਜੀ ਹੋ, ਤੇ ਇੱਕ ਤੋਂ ਮੈਂ ਕਿਹਾ ਤੀਜੀ ਕਾਲ 'ਚ ਇੱਕ ਬੰਦਾ ਬੋਲ ਕੇ ਗਿਆ ਤੁਹਾਨੂੰ, ਉਹ ਕਹਿੰਦਾ ਸੀ ਵੀ ਮਨੂਵਾਦੀਆਂ ਤੇ ਪਗੜੀ ਧਾਰੀਆਂ ਤੋਂ ਇਹਨਾਂ ਤੋਂ ਬਚੋ। ਸੋ ਮਿਹਰਬਾਨੀ ਕਰਕੇ ਜੇ ਇੱਦਾਂ ਦੇ ਤੁਹਾਡੇ ਸਮਰਥਕ ਆ ਜਿਹੜੇ ਪਗੜੀ ਧਾਰੀਆਂ ਤੋਂ ਬਚੋ ਕਹਿਣ ਵਾਲੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਤੇ ਪਗੜੀ ਦਾ ਮਤਲਬ ਕੀ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਬੰਸ ਵਾਰ ਕੇ ਸਾਡੇ ਸਿਰਾਂ ਦੇ ਦਸਤਾਰਾਂ ਸਜਾਈਆਂ। ਪਗੜੀ ਬੰਨ੍ਹਣ ਦਾ ਮਨੂਵਾਦੀਆਂ ਨੇ ਅਧਿਕਾਰ ਨਹੀਂ ਸੀ ਦਿੱਤਾ ਕਿ ਬ੍ਰਾਹਮਣ ਤੋਂ ਬਿਨਾਂ ਕੋਈ ਪੱਗ ਨਹੀਂ ਬੰਨ੍ਹ ਸਕਦਾ, ਘੋੜੇ ਤੇ ਨਹੀਂ ਚੜ੍ਹ ਸਕਦਾ,
ਸੱਚੇ ਪਾਤਸ਼ਾਹ ਨੇ ਆਪਣੇ ਨਿੱਕੇ ਨਿੱਕੇ ਬੱਚੇ ਨੀਹਾਂ ਚੜਾ ਕੇ ਸਾਨੂੰ ਪਗੜੀ ਬੰਨਣ ਦੇ ਅਧਿਕਾਰ ਲੈ ਕੇ ਦਿੱਤੇ ਆ। ਜੇ ਇਦਾਂ ਦੇ ਮਿੱਤਰ ਆ ਸਾਡੇ ਤੇ ਸਾਨੂੰ ਦੁਸ਼ਮਣ ਦੀ ਲੋੜ ਨਹੀਂ ਪੈਣੀ। ਨੰਬਰ 1 ਗੱਲ। ਦੂਸਰੀ ਗੱਲ, ਮੈਂ ਬੇਨਤੀ ਕਰਦਾ ਤੁਹਾਨੂੰ ਕਿ ਪੰਜਾਬ ਦੇ ਲੋਕ ਜਿੰਨੀਆਂ ਵੀ ਅੱਜ ਤੇ ਰਾਜ ਕਰਦੀਆਂ ਪਾਰਟੀਆਂ ਸਾਰਿਆਂ ਤੋਂ ਮਾਯੂਸ ਆ। ਵਿਚਾਰਿਆਂ ਦੀ ਕੋਈ ਵਾਹ ਨਹੀਂ ਜਾਂਦੀ। ਉਹਨਾਂ ਨੂੰ ਇੱਧਰ ਜਾਂਦੇ ਆ ਖੂਜ ਡਿੱਗਦੇ ਆ, ਦੂਏ ਪਾਸੇ ਜਾਂਦੇ ਅੱਗ ਜਲਦੇ ਆ, ਮਜਬੂਰ ਹੋ ਕੇ ਵੋਟ ਉਹਨਾਂ ਨੂੰ ਦੇਣੀ ਪੈਂਦੀ ਆ। ਉਹ ਕਿਸੇ ਤੀਜੇ ਬਦਲ ਦੀ ਉਡੀਕ ਵਿੱਚ ਆ। ਤੀਜਾ ਬਦਲ ਆਇਆ ਸੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਆ ਕੇ ਆਪਣੇ ਤੇਵਰ ਦਿਖਾਲ ਦਿੱਤੇ। ਇੱਥੇ ਪੰਜਾਬ ਵਿੱਚ ਬੋਲੀ ਹੋਰ ਬੋਲੀ ਉਹਨੇ, ਹਰਿਆਣੇ ਵਿੱਚ ਜਾ ਕੇ ਬੋਲੀ ਹੋਰ ਬੋਲਦਾ। ਇੱਕ ਤੁਸੀਂ ਕਰੋ, ਨੈਗੇਟਿਵ ਨਾ ਹੋਵੋ, ਪੋਜ਼ਿਟਿਵ ਰਹੋ। ਸ਼ੁਭ ਸ਼ਗਨ ਹੋਏ ਆ, ਇਹ ਗੱਠਜੋੜ ਹੋਇਆ। ਸੰਦੇਸ਼ ਦਿਓ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਿ ਅਸੀਂ ਪੰਜਾਬ ਦੀ ਲੁੱਟ ਖਸੁੱਟ ਨਹੀਂ ਹੋਣ ਦਿਆਂਗੇ, ਸਾਨੂੰ ਜਿਤਾਓ। ਕਿਉਂਕਿ ਜਿਹੜੀ ਵੀ ਪਾਰਟੀ ਬਣੀ ਇੰਨੀ ਦਿੱਲੀ ਦੇ ਆਕਿਆਂ ਮੂਹਰੇ ਗੋਡੇ ਟੇਕ ਕੇ ਪੰਜਾਬ ਦੇ ਹੱਕ ਵੇਚ ਕੇ ਆਪਣੇ ਘਰ ਭਰੇ ਆ, ਲੀਡਰਾਂ ਦੇ ਘਰ ਭਰੇ ਆ। ਪੰਜਾਬ ਕੰਗਾਲ ਹੋਈ ਜਾ ਰਿਹਾ। ਇਹ ਸੰਦੇਸ਼ ਦਿਓ ਨਵੇਂ ਗੱਠਜੋੜ ਨੂੰ, ਪੰਜਾਬੀਓ ਸਾਨੂੰ ਜਿਤਾਓ। ਅਸੀਂ ਜਿੱਤਣ ਤੋਂ ਬਾਅਦ ਪੰਜਾਬ ਦੇ ਲੁੱਟ ਖਸੁੱਟ ਨਹੀਂ ਹੋਣ ਦਿਆਂਗੇ। ਪੰਜਾਬ ਦੇ ਜਿਹੜੇ ਹੱਕ ਮਾਰੇ ਜਾ ਰਹੇ ਆ, ਲੁੱਟ ਹੋ ਰਹੀ ਆ, ਪੰਜਾਬੀ ਬੋਲੀ ਨਾਲ ਕੀ ਹੋ ਰਿਹਾ, ਪੰਜਾਬ ਦੇ ਪਾਣੀਆਂ ਨਾਲ ਕੀ ਹੋ ਰਿਹਾ, ਪੰਜਾਬ ਕੰਗਾਲ ਹੁੰਦਾ ਜਾ ਰਿਹਾ। ਸਾਨੂੰ ਇਹ ਗੱਲ ਸੰਦੇਸ਼ ਦਿਓਗੇ ਤਾਂ ਜਿਹੜੇ ਕਾਮਨ ਲੋਕ ਆ ਨਾ, ਉਹ ਇਹਨੂੰ ਵੋਟ ਦੇਣਗੇ, ਜਿਤਾਉਣਗੇ ਤੁਹਾਨੂੰ। ਮੈਂ ਤੁਹਾਨੂੰ ਮੁਬਾਰਕ ਦਿੰਦਾ। ਗੱਠ ਚੜ੍ਹਦੀ ਕਲਾ ਵਾਲੀ ਗੱਲ ਕਰੋ। ਸ਼ੁਭ ਸ਼ਗਨ ਹੈ ਤੁਸੀਂ ਕਿ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੀਆਂ ਯਾਨੀ ਕਿ ਮੁਰਝਾਈਆਂ ਹੋਈਆਂ ਰੂਹਾਂ, ਉਹਨਾਂ ਨੂੰ ਖੇੜਾ ਮਿਲੇ, ਉੱਠ ਕੇ ਤੁਹਾਨੂੰ ਜਿਤਾਉਣ, ਚੰਗੀ ਵੱਡੇ ਫਰਕ ਨਾਲ ਜਿਤਾਉਣ। ਮੁਬਾਰਕ ਦਿੰਦਾ ਮੈਂ ਤੁਹਾਨੂੰ ਚੜ੍ਹਦੀ। ਨਹੀਂ, ਹੈਲੋ ਜੀ, ਹੈਲੋ। ਕਾਲ ਕੱਟ ਹੋ ਗਈ? ਨਹੀਂ ਕੱਟੀ ਨਹੀਂ, ਉਧਰ ਵਾਰਤਾਲਾਪ ਚੱਲ ਰਹੀ। ਹੈਲੋ ਹਾਂਜੀ ਰੰਧਾਵਾ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਤੁਸੀਂ ਸੁਣੋ ਵੀ। ਤੁਸੀਂ ਤਿੰਨ ਚਾਰ ਪੁਆਇੰਟ ਦਿੱਤੇ ਆ, ਉਹਨਾਂ ਨੂੰ ਹੁਣ ਪਹਿਲਾਂ ਸੁਣ ਲਓ। ਤੁਹਾਡੇ ਟੀਵੀ ਦੀ ਆਵਾਜ਼ ਘੱਟ ਕਰੋ ਰੰਧਾਵਾ ਜੀ। ਹੈਲੋ। ਹਾਂਜੀ ਕਰੋ। ਹਾਂ, ਪਹਿਲਾਂ ਤਾਂ ਆਪਣੇ ਟੀਵੀ ਦੀ ਆਵਾਜ਼ ਘੱਟ ਕਰੋ ਜੀ। ਹਾਂਜੀ ਮੈਂ ਸੁਣਦਾ ਜੀ। ਤੁਸੀਂ ਟੀਵੀ ਦੀ ਆਵਾਜ਼ ਘੱਟ ਕਰੋ ਜੀ। ਕਰ ਲਈ ਜੀ। ਓਕੇ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜੇ ਸਾਥੀ ਨੇ ਕਿਹਾ ਸੀ ਵੀ ਬੋਦੀ ਵਾਲਿਆਂ ਤੇ ਪਗੜੀ ਧਾਰੀ ਤੇ ਮਨੂ ਤੋਂ ਬਚੋ। ਤੁਸੀਂ 2-3 ਪੁਆਇੰਟ ਛੱਡ ਲਿਆ ਕਿ ਜਿਹੜੀ ਪੱਗ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ ਆ। ਜਿਹੜੀ ਪੱਗ ਆ ਅਸ਼ੋਕ ਵੇਲੇ ਤੋਂ ਚੱਲਦੀ ਆ ਰਹੀ ਆ, ਅਸ਼ੋਕ ਤੋਂ ਵੀ ਪਹਿਲਾਂ ਦੀ। ਹਾਂ, ਗੁਰੂ ਮਹਾਰਾਜ ਨੇ ਜਿਹੜੇ ਕਮਿਊਨਿਟੀ ਜਿਹੜੀ ਛੋਟੀਆਂ ਜਾਤਾਂ ਸਮਝਿਆ ਜਾਂਦਾ ਸੀ, ਉਹਨਾਂ ਨੂੰ ਪੱਗ ਬੰਨਣ ਦਾ ਰਾਈਟ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਪਗੜੀ ਬਣਾਈ। ਮੈਂ ਇਹ ਸੁਣਿਓ ਗੱਲ। ਉਦੋਂ ਬਾਅਦ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਪਗੜੀ ਧਾਰੀਆਂ ਤੋਂ, ਉਹਨਾਂ ਜਿਹੜੇ ਬਿੱਟੂ ਵਰਗੇ ਆ, ਤੁਸੀਂ ਬਿੱਟੂ ਦੇ ਸਿਰ ਤੇ ਪਗੜੀ ਬੰਨੀ ਨੂੰ ਪਗੜੀ ਧਾਰੀ ਮੰਨਦੇ ਆ? ਬਿੱਟੂ ਬਾਰੇ ਮੈਂ ਬੋਲ ਗਿਆ, ਹਾਲੇ ਤੱਕ ਕਿਸੇ ਵੀ ਕਾਲਰ ਨੇ ਬੋਲਿਆ। ਮੇਰੇ ਨਾਲ ਮੈਨੂੰ ਇੰਨੀ ਗੱਲ ਤਾਂ ਦੱਸੋ ਵੀ ਬਿੱਟੂ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਪਗੜੀ ਧਾਰੀਆਂ ਤੋਂ ਬਚੋ, ਤੁਸੀਂ ਫਿਰ ਕੀ ਕਹੋਗੇ ਵੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਪੱਗ ਦਿੱਤੀ ਆ ਤਾਂ ਇਹ ਤੁਸੀਂ ਕਿਉਂ ਕਿਹਾ? ਤੁਸੀਂ ਬਿੱਟੂ ਨੂੰ ਕਹੋ ਪਗੜੀ ਧਾਰੀਆਂ ਦਾ ਮਤਲਬ ਹੈ ਅਸੀਂ ਸਾਰੇ ਪਗੜੀ ਧਾਰੀਆਂ ਚਾਹੁੰਦੇ ਆ। ਨਹੀਂ, ਮਤਲਬ ਜੇ ਬਿੱਟੂ ਨੇ ਪੱਗ ਬੰਨ ਲਈ ਆ ਤਾਂ ਉਹਨੂੰ ਨੁਕਸਾਨ ਕੀਤਾ, ਫਿਰ ਵੀ ਤੁਸੀਂ ਨਹੀਂ ਸੁਣਨਾ ਚਾਹੁੰਦੇ? ਨਹੀਂ ਬਿੱਟੂ ਦੀ ਤਾਂ ਜਿੰਨੀ ਮੈਂ ਸਵਾਲ ਇਹ ਨਹੀਂ, ਸਵਾਲ ਤੇ ਆਓ। ਮੈਂ ਕਹਿ ਰਿਹਾ ਕਿ ਇੱਕ ਪਗੜੀ, ਇੱਕ ਕੋਹਲੀ ਸੀ ਜਿਹੜਾ ਗਲਾਸਕੋ ਦੇ ਵਿੱਚ, ਉਹਨੇ ਇੱਕ ਸਟੂਡੈਂਟ ਨਾਬਾਲਗ ਕੁੜੀ ਨਾਲ ਰੇਪ ਕੀਤਾ, ਸਿੰਘ ਸੀਗਾ, ਪਗੜੀ ਬੰਨੀ ਹੋਈ ਸੀ। ਉਸ ਤੋਂ ਬਾਅਦ ਉਹ ਇੰਡੀਆ ਚਲਾ ਗਿਆ। ਇੰਡੀਆ ਜਾਣ ਤੋਂ ਬਾਅਦ ਉਹਨੂੰ ਨੇਪਾਲ ਤੋਂ ਫੜ ਕੇ ਲੈ ਕੇ ਆਈ ਪੁਲਿਸ। ਕੀ ਅਸੀਂ ਉਹਨੂੰ ਗਲਤ ਕਹਿ ਸਕਦੇ ਹਾਂ ਕਿ ਨਹੀਂ ਕਹਿ ਸਕਦੇ? ਤੁਸੀਂ ਅੱਛਾ ਮੇਰੀ ਗੱਲ ਸੁਣੋ, ਤੁਸੀਂ ਜਵਾਬ ਮੇਰਾ ਦਿਓ ਫਿਰ ਜੀ। ਹੁਣ ਜੇ ਮੈਂ ਕਹਿ ਦਵਾਂ ਕਿਸੇ ਮੋਨੇ ਨੇ ਕੰਮ ਗਲਤ ਕੀਤਾ, ਮੈਂ ਕਹਾਂ ਇਹਨਾਂ ਟਿੰਡਾਂ ਵਾਲਿਆਂ ਤੋਂ ਮੋਨਿਆਂ ਤੋਂ ਬਚਾਓ,
ਤੇ ਤੁਹਾਨੂੰ ਚੰਗਾ ਲੱਗੂਗਾ, ਚੰਗੀ ਮੈਂ ਲੱਗੂਗੀ ਕਹਿੰਦਾ ਗੱਲ। ਜੇ ਇਸ ਮੁੰਨੇ ਨੇ ਗਲਤ ਕੀਤਾ ਉਹਨੂੰ ਛਿੱਤਰ ਫੇਰਨੇ ਚਾਹੀਦੇ ਆ। ਨਹੀਂ ਫਿਰ ਮੈਂ ਤਾਂ ਹੀ ਕਹਿੰਦਾ ਵੀ ਪਗੜੀ ਧਾਰੀਆਂ ਦਾ ਉਹ ਕਾਲਰ ਜਿਹੜਾ ਆ ਉਹਨੇ ਗੱਲ ਜਿਹੜੀ ਕੀਤੀ, ਮੈਂ ਉਹਨਾਂ ਪਗੜੀ ਧਾਰੀ ਦੀ ਗੱਲ ਕਰ ਰਿਹਾ ਜਿਹੜੇ ਨੇ ਗੱਲ ਕਹੀ ਆ, ਸਾਰਿਆਂ ਨੂੰ ਥੋੜੀ ਆ। ਨਹੀਂ ਫਿਰ ਉਹਦਾ ਨਾਂ ਲੈ ਕੇ ਕਹਿ ਦੇਵੇ ਸਾਰੇ ਸਿੱਖ ਮਾੜੇ ਨਹੀਂ, ਸਾਰੇ ਰਵੀਦਾਸੀਏ ਚੰਗੇ ਨਹੀਂ, ਪ੍ਰੋਗਰਾਮ ਦੀ ਸਾਰੇ ਹਿੰਦੂ ਮਾੜੇ ਨਹੀਂ। ਕਹਿੰਦਾ ਵੀ ਕਾਲਰ ਨੂੰ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ। ਪਗੜੀ ਧਾਰੀਆਂ 'ਚ ਸਾਰੇ ਆਉਨੇ ਆ, ਪਗੜੀ ਧਾਰੀਆਂ ਸਾਡੇ ਸਤਿਗੁਰ ਵੀ ਆਉਂਦੇ ਆ। ਰੰਧਾਵਾ ਜੀ ਦੇਖੋ ਗੱਲ ਸੁਣੋ, ਇਹ ਇੱਕ ਨਾ ਸਾਡੀ ਮਨੂਵਾਦੀ ਸੋਚ ਬਣਦੀ ਜਾ ਰਹੀ ਆ ਵੀ ਜਿਹੜੀ ਚੀਜ਼ ਅਸੀਂ ਕਹਿ ਦਿੱਤੀ ਉਹ ਉਹੀ ਆ। ਮੈਂ ਇਹ ਕਹਿਣਾ ਕਿ ਜਿਹੜੇ ਰਵੀਦਾਸ ਗਏ ਆ ਇਹਨਾਂ ਵਿੱਚ ਵੀ ਮਾੜੇ ਆ। ਨਹੀਂ ਨਹੀਂ ਰਵੀਦਾਸੀਆਂ ਦਾ ਤੇ ਰੌਲਾ ਨਹੀਂ ਹੈ, ਰੌਲਾ ਤਾਂ ਮੈਂ ਇਹ ਕਹਿੰਦਾ ਸਿੱਖਾਂ ਵਿੱਚ ਵੀ ਮਾੜੇ ਹੈਗੇ ਆ, ਮੈਂ ਇਹ ਕਹਿੰਦਾ ਹਿੰਦੂਆਂ ਵਿੱਚ ਵੀ ਚੰਗੇ ਆ। ਪਹਿਲਾਂ ਮੇਰੀ ਸੁਣਿਓ ਜੀ, ਸਾਡੇ 19 ਸੁਣਿਓ ਜੀ, ਗੱਲ ਸੁਣਿਓ, ਹੁਣ ਮੇਰੀ ਗੱਲ ਸੁਣ ਲਿਓ ਪਹਿਲਾਂ। ਮੈਂ ਸੁਣ ਰਿਹਾ ਜੀ। 1872 ਦੇ ਵਿੱਚ ਜਿਹੜਾ ਦਇਆ ਉਹਨੂੰ ਭਾਜ ਦੇਣ ਵਾਲਾ, ਜਾਣੀ ਕਿ ਉਹਨੂੰ ਉਹਦੇ ਪੰਡਾਲ ਵਿੱਚ ਜਾ ਕੇ ਉਹਨੂੰ ਨੰਗੇ ਪੈਰੀ ਭਜਾਉਣ ਵਾਲਾ ਗਿਆਨੀ ਦਿੱਤ ਸਿੰਘ ਜੀ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ। ਤੁਹਾਨੂੰ ਪਤਾ ਉਹ ਰਵਿਦਾਸੀਆ ਸੀ ਜੀ, ਉਹ ਪਗੜੀ ਧਾਰੀ ਸੀ। ਜੇ ਕਿਸੇ ਨੇ ਆਰੀਆ ਸਮਾਜੀ ਜਿਹੜਾ ਮੋਢਿਆ, ਤੁਸੀਂ ਬਾਜੀ ਇਦਾਂ ਕਰੋ ਰੰਧਾਵਾ ਜੀ, ਦੇਖੋ ਤੁਸੀਂ ਗੱਲ ਹੋਰ ਰੰਧਾਵਾ ਜੀ, ਤੇਰੇ ਪੰਡਾਲ ਦੀ ਜਗ੍ਹਾ ਰੰਧਾਵਾ ਜੀ ਗੱਲ ਸੁਣੋ, ਪੰਡਾਲ ਤੇਰਾ ਰੰਧਾਵਾ ਜੀ, ਰੰਧਾਵਾ ਜੀ ਮੈਨੂੰ ਰੰਧਾਵਾ ਜੀ ਮੇਰੇ ਨਾਲ ਗੱਲ ਕਰ, ਉਹਨੂੰ ਨੰਗੇ ਪੈਰੀ ਭਜਾਇਆ ਉੱਤੇ। ਮੈਂ ਤਾਂ ਕਹਿੰਦਾ ਕਿ ਰੰਧਾਵਾ ਜੀ ਗੱਲ ਸੁਣੋ, ਸਿਰਫ ਜਿਹੜੀ ਰੰਧਾਵਾ ਜੀ ਕੀਤੀ ਆ ਉਹ ਭਾਜੀ ਗੱਲ ਸੁਣੋ, ਧਾਰੀਆਂ ਦੇ ਵਿੱਚ ਉਹਨੂੰ ਭਾਈ ਸਾਹਿਬ ਸਾਨੂੰ ਫੋਨ ਕੱਟਣਾ ਪੈ ਜਾਣਾ, ਤੁਸੀਂ ਗੱਲ ਨਹੀਂ ਸੁਣ ਰਹੇ। ਨਾ ਲਵੇ, ਤੁਸੀਂ ਗੱਲ ਨੂੰ ਗਾਲ-ਗੜ ਨਾ ਕਰੋ। ਮੈਂ ਇਹ ਕਹਿ ਰਿਹਾ ਤੁਸੀਂ ਦਿੱਤ ਸਿੰਘ ਦੀ ਗੱਲ ਕੀਤੀ ਨਾ, ਦਿੱਤ ਸਿੰਘ ਦੀ ਗੱਲ ਕੀਤੀ ਆ। ਦਿੱਤ ਸਿੰਘ ਦੀ ਲਾਸ਼ ਕਿੰਨੇ ਦਿਨ ਬਾਹਰ ਪਈ ਰਹੀ? ਨਹੀਂ ਨਹੀਂ ਤੁਸੀਂ ਕਿੱਧਰ ਨੂੰ ਯਾਰ ਗੱਲ ਲੈ ਜਾਂਦੇ, ਤੁਸੀਂ ਕਿੱਧਰ ਨੂੰ ਕਿੱਦਾਂ? ਮੈਂ ਕਿੱਦਾਂ ਕਹਿ ਰਿਹਾ ਦਿੱਤ ਸਿੰਘ ਨੇ 20,000 ਤੋਂ 2 ਲੱਖ ਸਿੱਖ ਪੈਦਾ ਕੀਤੇ, ਤਾਂ ਉਹਦੀ ਲਾਸ਼ ਕਿੰਨੇ ਦਿਨ ਰੁਲਦੀ ਰਹੀ, ਤਾਂ ਉਹਨੂੰ ਪ੍ਰਸ਼ਾਦ ਕਿੱਥੇ ਮਿਲਦਾ ਰਿਹਾ? ਤੁਸੀਂ ਗੱਲ ਕਿੱਧਰਲੇ? ਮੈਂ ਉਹਨਾਂ ਦੀ ਗੱਲ ਕਰ ਰਿਹਾ ਵੀ ਜਿਨ੍ਹਾਂ ਨੇ ਉਹਦੀ ਲਾਸ਼ ਰੋੜੀ ਆ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰਸ਼ਾਦ ਦਿੱਤਾ। ਪਗੜੀ ਧਾਰੀਆਂ ਨੂੰ ਲੱਗਾ ਨਾ, ਨਹੀਂ ਭਾਜੀ ਅਸੀਂ ਉਹਨਾਂ ਪਗੜੀ ਧਾਰੀਆਂ ਨੂੰ ਕਹਿੰਦੇ ਜਿਹਨੇ ਨਕਲੀ ਪਗੜੀ ਧਾਰੀ, ਜਿਹੜੇ ਗੁਰੂ ਦੇ ਸਿੱਖ ਆ ਉਹ ਤੇ ਇਦਾਂ ਕਹਿਣਗੇ ਨਹੀਂ। ਤੁਸੀਂ ਗੁਰੂ ਦਾ ਸਿੱਖ ਤੁਸੀਂ ਤਾਂ ਕਹਿੰਦੇ ਹੀ ਨਹੀਂ। ਜਿਹੜਾ ਗੁਰੂ ਦਾ ਸਿੱਖ ਆ ਉਹ ਕਦੀ ਜਾਤ ਪਾਤ ਦਾ ਵਿਤਕਰਾ ਨਹੀਂ ਕਰੂਗਾ, ਉਹ ਗੁਰੂ ਦਾ ਸਿੱਖ ਆ। ਜਿਹਨੇ ਪੱਗ ਬੰਨ ਲਈ ਆ ਔਰ ਵਿਤਕਰਾ ਕਰਿਆ ਗੁਰੂ ਦਾ ਸਿੱਖ ਨਹੀਂ। ਇਹ ਗੱਲਾਂ ਕਰਕੇ ਮੈਂ ਕਹਿੰਦਾ ਤੁਸੀਂ ਜਾਂ ਆਪਣੇ ਕਾਲਰ ਨੂੰ ਕਹੋ ਤੇ ਭਾਈ ਜਦੋਂ ਸ਼ਬਦ ਵਰਤਣਾ ਆ ਉਹਨੂੰ ਸੋਚ ਸਮਝ ਕੇ ਵਰਤੋ ਤਾਂ ਕਿ ਤੁਹਾਡਾ ਫਾਇਦਾ ਹੋਵੇ। ਮੈਂ ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਹੁਤ ਨਹੀਂ। ਮੈਂ ਤੁਹਾਡੇ ਕਾਲਰ ਦੀ ਗੱਲ ਕਰਦਾ, ਉਹਨੇ ਕਿਹਾ ਇਹਨਾਂ ਪਗੜੀ ਧਾਰੀਆਂ ਤੋਂ। ਸੋ ਅਸੀਂ ਪਗੜੀ ਧਾਰੀਆਂ, ਇਹ ਪਗੜੀ ਧਾਰੀਆਂ ਨੇ ਪਤ ਰੱਖ ਕੇ ਦਿਖਾ ਲਈ ਆ ਹਿੰਦੁਸਤਾਨ ਦੀ। ਪਗੜੀ ਧਾਰੀਆਂ ਨੇ ਪੰਜਾਬ ਬਚਾਇਆ, ਕਿਸੇ ਹੋਰ ਦੀ ਹਿੰਮਤ ਨਹੀਂ ਸੀ ਪਈ। ਤੇ ਅਬਦਾਲੀ 30,000 ਕੁੜੀਆਂ ਬੰਨ ਕੇ ਲਿਜਾ ਰਿਹਾ ਹਿੰਦੁਸਤਾਨ ਦੀਆਂ ਬਿਨਾਂ ਪਗੜੀ ਧਾਰੀਆਂ ਤੋਂ। ਉੱਥੇ ਹੀ ਸੀ ਸਾਰੇ ਆ ਕੁੜੀਆਂ, ਕਸ਼ਮੀਰ ਦੀਆਂ ਕੁੜੀਆਂ ਸੀਗੀਆਂ। ਸੁਣਿਓ, ਕਸ਼ਮੀਰ ਦੀਆਂ 250 ਲੜਕੀਆਂ ਇੱਥੇ ਸੀਗੀਆਂ ਤੇ ਆਰਐਸਐਸ ਵਾਲਿਆਂ ਨੇ ਬਿਆਨ ਦਿੱਤਾ ਇਹਨਾਂ ਨੂੰ ਅਸੀਂ ਰੇਪ ਕਰਾਂਗੇ। ਇਹ ਪਗੜੀ ਧਾਰੀਏ ਸੀ ਜਿਹੜੇ ਆ। ਹੁਣ ਉਹਨਾਂ ਨੇ ਕਿਹਾ ਭਾਈ ਸਾਹਿਬ ਲੜਕੀਆਂ ਜਾਏ ਕਸ਼ਮੀਰ। ਤੁਸੀਂ ਗੱਲ ਦੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਪ੍ਰੋਗਰਾਮ ਨੂੰ ਆਪਾਂ ਹੋਰ ਪਾਸੇ ਚੱਲ ਗਏ ਰੰਧਾਵਾ ਜੀ, ਨਾਲ ਨਾ ਜੋੜੋ ਤੁਸੀਂ। ਆਪਾਂ ਹੋਰ ਪਾਸੇ ਚੱਲ, ਟਾਈਮ ਵੇਸਟ ਹੋ ਰਿਹਾ ਹੈ, ਇਹ ਵਿਸ਼ੇ ਤੋਂ ਬਾਹਰ ਗੱਲ। ਬਹੁਤ ਮਿਹਰਬਾਨੀ ਰੰਧਾਵਾ ਜੀ, ਵਿਸ਼ੇ ਤੋਂ ਬਾਹਰ ਗੱਲ ਚਲੇ ਗਈ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਦੇਖੋ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੁਣੋ ਵੀ ਤੇ ਕਰੋ ਵੀ, ਤਾਂ ਕਿ ਗੱਲ ਹੋਰ ਪਾਸੇ ਨਾ ਜਾਵੇ। ਦੇਖੋ ਸ਼ੁਰੂ ਹੋਈ ਸੀ ਕਿੱਥੋਂ ਤੋਂ ਚੱਲ ਗਏ ਅਬਦਾਲੀ ਤੇ। ਜੇ ਅਬਦਾਲੀ ਤੱਕ ਜਾਂਦੀ ਆ ਔਰ ਅਸੀਂ ਸਾਰੀ ਉਮਰ ਇਹੀ ਕਹਿੰਦੇ ਰਹਾਂਗੇ ਵੀ ਅਸੀਂ ਉਹਨਾਂ ਦੀਆਂ ਇੱਜ਼ਤਾਂ ਬਚਾਈਆਂ, ਤਾਂ ਇਹ ਵੀ ਇੱਕ ਬਾਹਲੀ ਵਧੀਆ ਗੱਲ ਨਹੀਂ ਹੋਗੀ। ਇੱਕ ਵਾਰੀ ਕਹਿ ਦਿੱਤਾ ਵੀ ਜੇ ਹਿੰਦੂਆਂ ਦੀਆਂ ਅਸੀਂ ਸਾਡੇ ਸਿੱਖਾਂ ਨੇ ਇੱਜ਼ਤਾਂ ਬਚਾਈਆਂ, ਉਹ ਬਾਰ-ਬਾਰ ਚਿਤਾਰਾਂਗੇ ਤਾਂ ਇਹ ਚੰਗੀ ਗੱਲ ਨਹੀਂ ਹੁੰਦੀ। ਫਿਰ ਇਹ ਉਹ ਸੀ ਜਿਨ੍ਹਾਂ ਨੇ ਬਚਾਈਆਂ। ਅਸੀਂ ਹੁਣ ਕੀ ਕਰ ਰਹੇ ਹਾਂ? ਸੋ ਇੱਦਾਂ ਨਾ ਕਰੋ। ਦੇਖੋ ਜਿਹੜਾ ਜੇ ਕੋਈ ਕਿਸੇ ਪਗੜੀ ਧਾਰੀ ਨੇ ਗਲਤ ਬੋਲਿਆ ਉਹਨੂੰ ਇਹ ਸਹਿਣਾ ਪੈਣਾ, ਜਾਂ ਤਾਂ ਉਹ ਆਪਣੀ ਪੱਗ ਦੀ ਰਿਸਪੈਕਟ ਕਰਦਾ ਹੋਇਆ ਉਹ ਲਫ਼ਜ਼ ਨਾ ਬੋਲੇ। ਜਿਹੜਾ ਸਿੱਖ ਆ ਉਹਦੇ 'ਚ ਜਾਤ ਨਹੀਂ ਹੁੰਦੀ, ਜਿਹ ਜਾਤ ਹੁੰਦੀ ਉਹ ਸਿੱਖ ਨਹੀਂ ਹੈਗਾ, ਭਾਵੇਂ ਉਹਨੇ ਪੱਗ ਬੰਨੀ ਆ ਚਾਹੇ ਨਹੀਂ ਬੰਨੀ। ਜਿਹੜਾ ਹਿੰਦੂ ਚੰਗਾ ਆ ਉਹ ਚੰਗਾ ਹੀ ਆ, ਭਾਵੇਂ ਉਹ ਰਾਜਾ ਮੋਹਨ ਰਾਓ ਸੀ ਜਿਹੜਾ ਸਤੀ ਪ੍ਰਥਾ ਦੇ ਲਈ ਲੜਿਆ ਔਰ ਉਹਨੂੰ ਉਹਦੇ ਸਮਾਜ ਨੇ ਕੱਢ ਕੇ ਮਾਰਿਆ, ਕੱਟੜ ਹਿੰਦੂਆਂ ਦੇ ਘਰ ਪੈਦਾ ਹੋਇਆ। ਸੋ ਜਿਹੜਾ ਚੰਗਾ ਉਹ ਚੰਗਾ ਆ, ਜਿਹੜਾ ਭਾਵੇਂ ਕਿਤੇ ਵੀ ਪੈਦਾ ਹੋਵੇ। ਇਹ ਥੋੜ੍ਹੀ ਵੀ ਪੈਦਾ ਜੇ ਕਿਤੇ ਵੀ ਹੋ ਗਿਆ ਤਾਂ ਅਸੀਂ ਉਹਨੂੰ ਉਸੇ ਨਿਗਾਹ ਨਾਲ ਹੀ ਦੇਖਣਾ। ਸੋ ਜੇ ਪਗੜੀ ਧਾਰੀ ਜਿਹੜਾ ਬਿੱਟੂ ਆ, ਪਗੜੀ ਬੰਨੀ ਹੋਈ
ਉਸਨੇ ਇੱਕ ਬਸਪਾ ਨੂੰ ਇਹ ਕਿਹਾ ਵੀ ਇਹ ਅਪਵਿੱਤਰ ਲਿਆ ਕੇ ਬਿਠਾ ਦਿੱਤਾ, ਤਾਂ ਉਹ ਪਗੜੀ ਧਾਰੀ ਬਿੱਟੂ ਗਲਤ ਆ। ਸੋ ਇਸ ਕਰਕੇ ਹੋਰ ਪਾਸੇ ਮੈਂ ਬਾਰ-ਬਾਰ ਕਹਿੰਦਾ ਨਾ, ਸੁਣ ਲਿਆ ਕਰੋ, ਆਪਣੀ ਗੱਲ ਉਦੋਂ ਹੀ ਨਿਬੜ ਜਾਣੀ ਹੁੰਦੀ ਆ, ਵੱਡੀ ਕਰਨ ਦੀ ਅਬਦਾਲੀ ਤੱਕ ਲਿਜਾਣ ਦੀ। ਰੰਧਾਵਾ ਸਾਹਿਬ ਤੁਸੀਂ ਤਾਂ ਬਹੁਤ ਵਧੀਆ ਬੰਦੇ ਆ, ਮੈਂ ਤੁਹਾਨੂੰ ਪਰਸਨਲ ਵੀ ਜਾਣਦਾ, ਆਪਾਂ ਕਈ ਵਾਰੀ ਮਿਲੇ ਵੀ ਆ। ਸੋ ਐਨੀਵੇ ਨੈਕਸਟ ਕਾਲ ਜੀ। ਜੀ ਆਪਾਂ ਜੀ ਜੈ ਗੁਰਦੇਵ ਜੈ ਭੀਮ ਜੀ। ਕਾਲ ਸਾਹਿਬ ਗਗਨ ਬੋਲ ਰਿਹਾ ਜੀ ਕਵੈਂਟਰੀ ਤੋਂ, ਕੀ ਹਾਲ ਚਾਲ? ਹਾਂਜੀ ਹੈਲੋ ਹਾਂਜੀ, ਕੌਣ ਸਾਹਿਬ ਬੋਲਦੇ ਜੀ? ਕਾਲ ਸਾਹਿਬ ਗਗਨ ਬੋਲ ਰਿਹਾ ਕਵੈਂਟਰੀ ਤੋਂ ਜੀ। ਹਾਂਜੀ ਗਗਨ ਜੀ ਹੋਲਡ ਕਰਨਾ, ਜਿਹੜੇ ਸਾਡੇ ਮਹਿਮਾਨ ਆ ਉਹਨਾਂ ਨਾਲ ਵੀ ਥੋੜੀ ਜਿਹੀ ਡਿਸਕਸ ਕਰ ਲਈਏ, ਇੱਦਾਂ ਹੀ ਹੋਲਡ ਰੱਖਣਾ ਕਰੋ ਜੀ। ਜੀ ਜੋ ਹੁਣ ਦੇਖੋ ਜੀ, ਜਿਹੜੀ ਹੁਣ ਪਗੜੀ ਧਾਰੀ ਪਹਿਲਾਂ ਤਾਂ ਜਿਸ ਸਟਾਈਲ ਨਾਲ ਗੱਲ ਕੀਤੀ ਆ ਜੀ, ਮੈਂ ਉਹਨੂੰ ਬਰਦਾਸ਼ਤ ਨਹੀਂ ਕਰਦਾ ਜੀ। ਇਹ ਦਸਤਾਰ ਆ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜੀ ਬਿਲਕੁਲ ਦਸਤਾਰ ਬਖਸ਼ੀ ਆ ਜੀ, ਔਰ ਸਾਰੀ ਦੁਨੀਆ ਦੇ ਵਿੱਚ ਬਿਠਾਲ ਕੇ ਸਾਡੇ ਕੌਮ ਨੂੰ ਉਹਨੇ ਐਡਾ ਮਾਣ ਦਿੱਤਾ ਜੀ। ਇਹਨੇ ਇੱਕ ਬਾਟੇ 'ਚ ਅੰਮ੍ਰਿਤ ਪਾ ਕੇ ਸਾਰਿਆਂ ਨੂੰ ਛਕਾਇਆ। ਬਿਲਕੁਲ। ਤੇ ਅੱਜ ਇਹ ਗੱਲ ਕਹਿ ਦੇਣੀ ਪਗੜੀ ਧਾਰੀ ਸਾਰੇ ਇਦਾਂ ਨਹੀਂ, ਸਾਰੇ ਸਾਰੇ ਨਹੀਂ ਇਦਾਂ ਹੈ। ਬਿਲਕੁਲ। ਤੇ ਉਹ ਇਸ ਵੇਲੇ ਉਸੇ ਕਾਰਨ ਅਸੀਂ ਅੱਜ ਹਿੰਦੁਸਤਾਨ ਦੁਨੀਆ ਦੇ ਵਿੱਚ ਸਾਡੇ 50% ਤਾਂ ਸਾਡੇ ਦਸਤਾਰਧਾਰੀ ਸਾਡੇ ਰਵਿਦਾਸੀਆ ਸਿੱਖ ਵਾ ਲੋਕ। ਬਿਲਕੁਲ ਜੀ। ਤੇ ਅਸੀਂ ਉਹਨਾਂ ਨੂੰ ਕਿੱਦਾਂ ਇੱਦਾਂ ਉੱਦਾਂ ਕਰ ਦਈਏ? ਇਹ ਗੱਲ ਜਿਹੜੇ ਇੱਜ਼ਤ ਅਦਬ ਨਾ ਕਹੋ। ਜੇ ਇੱਕ ਦਸਤਾਰ ਬੰਨੇ ਇਨਸਾਨ ਨਾਲ ਇਹ ਗੱਲ ਕਹੀ ਆ, ਉਹਨੂੰ ਅਸੀਂ ਕੰਡੈਮ ਕਰਦੇ ਆ, ਸਾਰੇ ਹੀ ਕਰਦੇ ਆ, ਸਾਰਾ ਹਿੰਦੁਸਤਾਨ ਕਰ ਰਿਹਾ ਜੀ। ਜੈ ਗੁਰਦੇਵ ਜੈ ਭੀਮ ਗਗਨ ਜੀ। ਹਾਂਜੀ ਚਾਲ ਸਾਹਿਬ, ਆਪਾਂ ਗੱਲ 2 ਮਿੰਟ 'ਚ ਨਿਬੇੜ ਦੇਣੀ, ਜ਼ਿਆਦਾ ਲੰਬੀ ਗੱਲ ਕਰਨੀ ਨਹੀਂ ਆਪਾਂ ਜੀ। ਮੇਰਾ ਨਾ ਪੋਲੀਟੀਕਲ ਜਿਹੜਾ ਕਰੀਅਰ ਇਹ ਕਹਿੰਦਾ, ਜਾਂ ਪੋਲੀਟੀਕਲ ਦੀ ਪੜ੍ਹਾਈ ਇਹ ਕਹਿੰਦੀ ਆ ਕਿ ਜਿਹੜੀ ਰਾਜਨੀਤੀ ਆ ਧਰਮ ਦਾ ਉਹਦੇ ਵਿੱਚ ਕੋਈ ਚੱਕਰ ਹੈ ਹੀ ਨਹੀਂ ਜੀ। ਬਿਲਕੁਲ। ਰਾਜਨੀਤੀ ਨੂੰ ਧਰਮ ਤੋਂ ਵੱਖਰਾ ਰੱਖੀਏ, ਪਹਿਲਾਂ ਆਪਾਂ ਇਹ ਸਿੱਖੀਏ ਇਸ ਕੰਮ ਨੂੰ ਜੀ। ਜਦੋਂ ਅਸੀਂ ਧਰਮਾਂ ਨੂੰ ਮਿਕਸ ਕਰਾਂਗੇ ਤਾਂ ਫਿਰ ਫੜ ਪੈਣੇ ਹੀ ਪੈਣੇ ਮਹਾਰਾਜ ਜੀ। ਜੀ। ਰਹੀ ਗੱਲ ਬੀਐਸਪੀ ਦੀ ਅਕਾਲੀ ਦਲ ਦੇ ਨਾਲ ਸਾਂਝ ਦੀ, ਜੀ। ਬੇਸ਼ੱਕ ਬੀਐਸਪੀ ਨੂੰ ਇੱਕ ਪ੍ਰਮੋਸ਼ਨ ਜ਼ਰੂਰ ਮਿਲੀ ਆ, ਪਰ ਉਹਨੂੰ ਫਾਇਦਾ ਕੋਈ ਨਹੀਂ ਹੋਣਾ ਜੀ। ਇਹ ਮੇਰੇ ਆਪਣੇ ਵਿਚਾਰ ਆ, ਚਲੋ ਸਾਰੇ ਉਸ ਨਾਲ ਸਹਿਮਤ ਨਾ ਹੋਣ। ਬੀਐਸਪੀ ਨੂੰ ਫਾਇਦਾ ਕੋਈ ਨਹੀਂ ਹੋਣਾ, ਅਕਾਲੀਆਂ ਨੂੰ ਫਾਇਦਾ ਹੋਣਾ ਇਸ ਗੱਲ ਦਾ। ਮਾੜਾ ਜਿਹਾ ਵਿਅਕਤ ਕਰੋ, ਸਾਨੂੰ ਵੀ ਮਹਿਸੂਸ ਹੋਵੇ। ਅਕਾਲੀ ਡੁੱਬਦੇ ਫਿਰਦੇ ਸੀਗੇ, ਡੁੱਬਦੇ ਜਾਂਦੇ ਸੀਗੇ, ਬੀਐਸਪੀ ਨੇ ਉਹਨੂੰ ਸਹਾਰਾ ਦਿੱਤਾ ਹੁਣ ਜੀ। ਤੇ ਬੀਐਸਪੀ ਅਕਾਲੀ ਪਾਰਟੀ ਨੂੰ ਕੋਈ ਵੀ ਜੀ। ਬੋਲੋ ਗਗਨ ਜੀ, ਜੇ ਬੀਐਸਪੀ ਦੇ ਕਰਕੇ ਅਕਾਲੀਆਂ ਨੂੰ ਫਾਇਦਾ ਹੁੰਦਾ ਤਾਂ ਫਿਰ ਬੀਐਸਪੀ ਨੂੰ ਕਿਉਂ ਨਹੀਂ ਫਾਇਦਾ ਹੋਊਗਾ? ਇਹ ਮਾੜਾ ਜਿਹਾ ਕਲੀਅਰ ਕਰੋ। ਚਾਲ ਸਾਹਿਬ ਤੁਸੀਂ ਵੀ ਜਾਣਦੇ, ਮੈਂ ਵੀ ਜਾਣਦੇ, ਜੋ ਮਿਸ਼ਨ ਬਾਬੂ ਕਾਂਸ਼ੀ ਰਾਮ ਜੀ ਨੇ ਚਲਾਇਆ ਸੀ ਨਾ ਜੀ, ਅਸੀਂ ਉਸ ਤੋਂ ਬਹੁਤ ਪਰੇ ਚਲ ਗਏ ਹਾਂ ਹੁਣ। ਮਸਲਨ ਨਾ ਉਹ ਸਿਧਾਂਤ ਰਹੇ ਆ, ਨਾ ਉਹ ਗੱਲਾਂ ਰਹੀਆਂ। ਮੈਂ ਸਿੱਧੀ ਗੱਲ ਕਰਦਾ, ਕਿਉਂਕਿ ਮੈਂ ਕਦੀ ਇਹ ਪੱਖਪਾਤ ਨਹੀਂ ਕਿਸੇ ਦਾ ਵੀ ਕਰਨਾ। ਜੇ ਸਾਡੇ ਸਿਧਾਂਤ ਸਹੀ ਰੱਖਦੇ, ਅਸੀਂ ਬਾਬੂ ਕਾਂਸ਼ੀ ਰਾਮ ਵਾਲੇ ਰੱਖਦੇ, ਤਾਂ ਅੱਜ ਸਾਨੂੰ ਕਿਸੇ ਨਾਲ ਸਮਝੌਤੇ ਕਰਨ ਦੀ ਲੋੜ ਨਹੀਂ ਪੈਣੀ ਸੀ। ਨਹੀਂ, ਸਾਡੇ ਕੋਲ ਲੋਕ ਆਪ ਚੱਲ ਕੇ ਆਉਂਦੇ। ਗਗਨ ਜੀ ਸਾਹਿਬ ਇੰਨਾ ਸਪਸ਼ਟ ਸੀ ਵੀ ਉਹ ਕਹਿੰਦੇ ਸੀਗੇ ਵੀ ਮੈਂ ਪਾਰਟੀ ਬਣਾਈ ਆ, ਇਹਦੇ ਵਿੱਚ ਜਿਹੜਾ ਮੈਨੂੰ ਹੈਲਪ ਕਰਨੀ ਚਾਹਵੇ ਕਰੇ, ਮੈਂ ਕੁਰਸੀ ਤੇ ਬਹਿਣ ਲਈ ਕਰ ਰਿਹਾ ਜੋ ਕੁਝ ਕਰ ਰਿਹਾ। ਔਰ ਉਹ ਸ਼ਰੇਆਮ ਕਹਿੰਦੇ ਸੀ ਕਿ ਮੈਂ ਫਲਾਨੀ ਪਾਰਟੀ ਨਾਲ ਸਮਝੌਤਾ ਕਰਨ ਲਈ ਰੈਡੀ ਆ, ਪਰ ਮੈਂ ਇੰਨੇ ਕਰੋੜ ਵੀ ਲੈਣੇ ਆ। ਮਤਲਬ ਸਿਧਾਂਤ ਤਾਂ ਉਹੀ ਆ, ਸਮਝੌਤੇ ਵੀ ਉਹੀ। ਥੋੜ੍ਹੀ ਜਿਹੀ ਮੈਨੂੰ ਕੋਈ ਮਾੜੀ ਜਿਹੀ ਕਲੀਅਰ ਕਰੋ ਵੀ ਜਿਹੜੀ ਕੋਈ ਬਦਲੀ ਆ ਗੱਲ, ਆਪਾਂ ਮੈਂ ਵੀ ਮਹਿਸੂਸ ਕਰਾਂ, ਤੁਸੀਂ ਉਹ ਤੇ ਪੁਆਇੰਟ ਤੇ ਆ ਵੀ ਕਿਹੜੀ ਬਦਲੀ ਆ ਗੱਲ, ਸਿਧਾਂਤ ਕਿੱਥੇ ਬਦਲਿਆ? ਬਾਬਾ ਸਾਹਿਬ ਦੀ ਸੋਚ ਤੇ ਕੰਮ ਹੋ ਰਿਹਾ ਕੀ ਉਹ ਹੋਰ ਹੋ ਰਿਹਾ? ਜੀ ਚਾਲ ਸਾਹਿਬ, ਇੱਕ ਮਿੰਟ ਤੁਸੀਂ ਜਵਾਬ ਦੇ ਦਿਓ ਇਸ ਗੱਲ ਦਾ, ਮੇਰੀ ਤਾਂ ਪਲੀਜ਼ ਜੀ। ਤੁਸੀਂ ਇਹ ਦੱਸੋ ਕਿ ਅਸੀਂ ਇਹ ਕਹਿੰਦੇ ਕਿ 80% ਸਾਡਾ ਆ। ਹਾਂਜੀ, 80% ਸਾਡੀ ਆ, ਤੇ ਅੱਜ ਤੱਕ ਅਸੀਂ ਉਸ 80% ਨੂੰ ਜਾਂ ਤੋਂ 40% ਨੂੰ ਕਾਹਤੇ ਨਹੀਂ ਕੈਸ਼ ਕਰ ਸਕੇ? ਅੱਛਾ, ਕੀ ਰੀਜ਼ਨ ਹੈ? ਤੁਸੀਂ ਸ਼ੁਰੂ ਚ ਪ੍ਰੋਗਰਾਮ ਸੁਣਿਆ ਸੀ, ਪਹਿਲਾ ਭਾਗ? ਬਿਲਕੁਲ ਮੈਂ ਸੁਣਿਆ ਜੀ। ਓਕੇ, ਉਹਦੇ ਵਿੱਚ ਮੈਂ ਗੱਲ ਕਲੀਅਰ ਕੀਤੀ ਵੀ ਜਿਹੜਾ ਸਿੱਖ ਆ ਪੰਜਾਬ ਦਾ, ਇਹ ਭਾਜੀ ਹੁਣੀ ਜੱਖੂ ਹੁਣੀ ਹਾਲਾਂਕਿ ਸਹਿਮਤ ਨਹੀਂ ਹੋਵੇ, ਜਿਹੜੀ ਅਕਾਲੀ ਦਲ ਦੇ ਵਿੱਚ ਹੋਰ ਵੀ ਹੋ ਸਕਦਾ ਵੀ ਸਿੱਖ ਨਹੀਂ ਹੋ, ਜਦ ਕਿ ਉਹ ਪੰਥ
ਪੰਥ ਕੀ ਜੀਤ ਤੋਂ ਸ਼ੁਰੂ ਕਰਦੇ ਆ। ਜਿਹੜੇ ਅਕਾਲੀ ਆ, ਅਕਾਲੀ ਆਪਣੇ ਆਪ ਨੂੰ ਸਿੱਖ ਮੰਨਦੇ ਆ। ਅਸੀਂ ਇਹ ਸਮਝ ਕੇ ਚੱਲਦੇ ਆ ਵੀ ਉਹ ਸਿੱਖ ਹੀ ਲੜਦੇ ਆ। ਅਕਾਲੀ ਦਲ ਸਿੱਖਾਂ ਦੀ ਪਾਰਟੀ ਆ, ਇਹ ਤਾਂ ਮੰਨਦੇ ਤੁਸੀਂ? ਹਾਂਜੀ, ਇਹ ਤਾਂ ਸਹਿਮਤ ਆ ਜੀ, ਸਿੱਖਾਂ ਦੀ ਪਾਰਟੀ ਆ। ਅੱਛਾ, ਉਸ ਤੋਂ ਬਾਅਦ 2% ਅਸੀਂ ਕਹਿੰਦੇ ਪੰਜਾਬ 'ਚ ਸਿੱਖ ਆ, 80-32% ਆ। ਹੁਣ ਤੁਸੀਂ 40 ਦੀ ਗੱਲ ਕੀਤੀ ਆ, ਅਸੀਂ ਇਹ ਕਹਿੰਦੇ ਵੀ ਉਹ 2% ਜਿੱਥੇ ਮਰਜ਼ੀ ਲੰਗਰ ਵੀ ਲਾ ਦਿੰਦਾ, ਬਦਾਮ ਵੀ ਪਹੁੰਚਾ ਦਿੰਦਾ, ਔਰ ਪੂਰੀ ਦੁਨੀਆ 'ਚ ਛਾਇਆ ਹੋਇਆ। 80-32% ਕੁਛ ਵੀ ਨਹੀਂ ਹੈ। ਅਸੀਂ ਹੁਣ ਆਹ ਚੀਜ਼ ਚਲਾਈ ਆ, ਇਹ ਥੋੜ੍ਹਾ ਬਹੁਤਾ ਚੱਲਿਆ, ਸਾਡੀਆਂ ਆਪਣੀਆਂ ਲੱਤਾਂ ਖਿੱਚ ਹੋ ਰਹੀਆਂ। ਜੇ ਕਿਤੇ ਸਾਡੇ ਕੋਲ ਗਲਤੀ ਨਾਲ ਕੋਈ ਲਫ਼ਜ਼ ਵੀ ਬੋਲ ਹੋ ਜਾਂਦਾ, ਉਹ ਸਾਡੇ ਸਰਕਲ 'ਚ ਪਾ ਕੇ ਵੀ ਆਪਣੇ ਲੋਕ ਦੱਸਦੇ ਵੀ ਜੇ ਅਸੀਂ ਕਿਤੇ ਪੈਸਾ ਖਾ ਵੀ ਲਿਆ ਤਾਂ ਫਿਰ ਕੀ ਫਰਕ ਪੈ ਜੂ ਮਨ। ਹਾਲਾਂਕਿ ਮੈਂ ਹੱਕ 'ਚ ਨਹੀਂ, ਮੈਂ ਇਹ ਕਹਿ ਰਿਹਾ ਕਿ ਅਸੀਂ ਚਲੋ ਹੋਰ ਤਰ੍ਹਾਂ ਕਰਦਾ। ਜਿਹੜੇ ਸਾਡੇ ਪ੍ਰਚਾਰਕ ਆ, ਧੀਰ ਹੁਣੀ ਆ ਜਾਂ ਹੋਰ ਆ, ਉਹ ਆ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ। ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਆ, ਜਿੱਥੇ ਉਹ ਜਾਂਦੇ ਉਹਨਾਂ ਕੋਲ ਲਸ਼ਕਰੀਆਂ ਗੱਡੀਆਂ, ਉਹ 5 ਕਰੋੜ ਰੁਪਈਆ ਲੈਂਦੇ, ਉਹ 5 ਲੱਖ ਲੈਂਦੇ ਆ, 2 ਲੱਖ ਲੈਂਦੇ। ਸਾਡੇ ਪ੍ਰਚਾਰਕਾਂ ਨੂੰ ਕੀ ਮਿਲਦਾ? 20 ਨਹੀਂ ਮਿਲਦਾ, 10 ਨਹੀਂ ਮਿਲਦਾ। ਮੈਂ ਕਹਿ ਰਿਹਾ ਕਿ 2% ਦੇ ਕੋਲ ਪੈਸਾ ਬਹੁਤ ਆ, ਸਾਧਨ ਬਹੁਤ ਆ, 32% ਕੋ ਨਹੀਂਗਾ। ਹੁਣ ਉਹ 2% ਤੇ 32% ਜਦੋਂ ਰਲੇ ਆ, ਉਹ ਸਾਧਨ ਹੋਣਗੇ, ਬਿਨਾਂ ਸ਼ੱਕ ਪੈਸਾ ਵੀ ਆਏਗਾ। ਚਲੋ ਮੈਂ ਤੁਹਾਡੀ ਗੱਲ ਇਹ ਵੀ ਮੰਨ ਗਿਆ। ਚੱਲ ਸਭ ਗੱਲ ਸੁਣੋ, ਇੱਕ ਮਿੰਟ, ਇੱਕ ਮੇਰਾ ਸਵਾਲ ਸੁਣ ਲਿਓ ਹੁਣ ਜੀ। ਆਪਾਂ ਤੁਸੀਂ ਇਹ ਕਿਹਾ ਕਿ ਅਕਾਲੀ ਦਲ ਜਿਹੜੀ ਹੈਗੀ ਉਹ ਸਿੱਖਾਂ ਦੀ ਪਾਰਟੀ ਹੈਗੀ, ਸਿੱਖਾਂ ਦੀ ਪਾਰਟੀ ਹੈਗੀ ਆ, ਜਾਂ ਰਿਪਰੈਜ਼ੈਂਟ ਕਰਦੀ ਸਿੱਖ ਭਾਈਚਾਰੇ ਨੂੰ। ਨਹੀਂ, ਉਹ ਸਿੱਖ ਪਾਰਟੀ ਉਹ ਅਕਾਲੀ ਆ। ਅਕਾਲੀ ਦਲ ਔਰ ਪੰਥ ਕੀ ਜੀਤ ਦੇ ਨਾਲ ਹੀ ਉਹ ਤੁਰਦੇ ਆ। ਚਲੋ ਮੈਂ ਗੱਲ ਮੰਨ ਗਿਆ। ਟੀਨੂ ਨੂੰ ਲੈਣਾ ਉਹਨਾਂ ਦੀ ਮਜਬੂਰੀ ਰਹੀ, ਟੀਨੂ ਨੂੰ ਪੱਗ ਬੰਨਣੀ ਪਈ ਆ ਬਹੁਤ ਵਾਰੀ। ਤੁਸੀਂ ਇਹਦੀ ਜਿਹੜੀ ਸੀਟਾਂ ਦੀ ਵੰਡ ਦੇਖੀ, ਹੁਣ ਜਿਹੜਾ ਤੁਸੀਂ ਉਹਨੂੰ ਸਰਵੇ ਕੀਤਾ ਉਹ ਥੋੜਾ ਜਿਹਾ। ਹਾਂਜੀ, ਜੋ ਸੀਟਾਂ ਮਿਲੀਆਂ ਤੁਹਾਨੂੰ। ਹਾਂਜੀ, ਮੈਨੂੰ ਨਹੀਂ ਮਿਲੀਆਂ, ਮੈਂ ਪ੍ਰੈਜ਼ੈਂਟ ਕਰ ਰਿਹਾ। ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ, ਮੈਂ ਤਾਂ ਜਸਟ ਪ੍ਰੈਜ਼ੈਂਟ ਕਰ ਰਿਹਾ। ਮੈਂ ਸੀਟਾਂ ਦੀ ਸਾਰੀ ਦੇਖੀ ਸੀਗੀ। ਗੱਲ ਸੁਣੋ ਇੱਕ ਮਿੰਟ। ਜਿਹੜੀ ਸੀਟਾਂ ਦੀ ਡਿਮਾਂਡ ਹੋਈ ਆ, ਜੋ ਸੀਟਾਂ ਸਾਨੂੰ ਜਿਹੜੀਆਂ ਮਿਲੀਆਂ ਜੀ, ਮੇਰੇ ਹਿਸਾਬ ਦੇ ਨਾਲ ਉਹ ਸਹੀ ਨਹੀਂ ਹੋਈ। ਸਿਰਫ ਅਕਾਲੀਆਂ ਨੇ ਆਪਣੇ ਫਾਇਦੇ ਲਈ ਸਾਰਾ ਕੁਝ ਕੀਤਾ। ਉਹ ਅਕਾਲੀ ਪਾਰਟੀ ਨੇ ਆਪਣੇ ਫਾਇਦੇ ਲਈ ਸਾਨੂੰ ਵਰਤਿਆ, ਹੁਣ ਹੋਰ ਕੁਝ ਨਹੀਂ ਹੋਇਆ। ਤੁਸੀਂ ਮੇਰੀ ਸੋਚ ਹੈ, ਬਾਕੀ ਹਰ ਕਿਸੇ ਦੀ ਆਪਣੀ ਆਪਣੀ ਸੋਚ ਆ। ਮੇਰਾ ਇਹ ਕਹਿਣਾ ਹਾਲੇ ਵੀ ਉਹੀ ਮੇਰੀ ਸੋਚ ਕਹਿੰਦੀ ਆ ਕਿ ਅਕਾਲੀ ਦਲ ਨੂੰ ਲੋੜ ਸੀਗੀ ਸਾਡੇ ਹੈਲਪ ਦੀ। ਇਸ ਵੇਲੇ ਬੀਜੇਪੀ ਉਹਨਾਂ ਦੇ ਕੰਮ ਦੀ ਨਹੀਂ ਹੈਗੀ, ਹੋਰ ਕੋਈ ਪਾਰਟੀ ਉਹਨਾਂ ਦੇ ਕੰਮ ਦੀ ਨਹੀਂ ਹੈਗੀ। ਗਗਨ ਜੀ, ਇੱਕ ਬੀਐਸਪੀ ਦੀ ਜਿਹੜੀਆਂ ਵੋਟਾਂ ਉਹਨਾਂ ਨੂੰ ਸਾਰੀਆਂ ਜਾਣੀਆਂ ਦੇਖਿਓ। ਹੁਣ ਤੁਸੀਂ ਦੇਖ ਲਿਓ ਜਿਹੜੇ ਤੁਸੀਂ ਹੁਣ ਸਾਰੇ ਫਰੰਟ ਨਹੀਂ ਆਪਾਂ ਖੋਲ੍ਹਣੇ, ਤੁਸੀਂ ਇੱਕ ਫਰੰਟ ਖੋਲ੍ਹਿਆ ਵੀ ਜਿਹੜੇ ਉਹਦੀਆਂ ਸੀਟਾਂ ਦਿੱਤੀਆਂ, ਉਹਦੀ ਵੰਡ ਸਹੀ ਨਹੀਂ ਹੋਈ, ਉਹਦੇ 'ਤੇ ਰੇਡ ਕਰਨਗੇ ਲੇਖਰਾਜ ਜੀ। ਕੀ ਤੁਸੀਂ ਹੁਣ ਫੋਨ ਬੰਦ ਕਰਨਾ ਚਾਹੁੰਦੇ, ਜਾਂ ਤੁਸੀਂ ਉਹ ਰੇਡ ਸੁਣ ਕੇ ਆਪਣਾ ਹੋਰ ਜਵਾਬ ਵੀ ਰੱਖਣਾ ਚਾਹੁੰਦੇ ਆ? ਨਹੀਂ, ਮੈਂ ਫੋਨ ਬੰਦ ਹੀ ਕਰ ਦਾਂਗਾ। ਠੀਕ ਹੈ, ਮੈਂ ਇੱਥੇ ਮੇਰੀ ਬੱਸ ਹੋ ਜਾਣੀ। ਬੱਸ ਠੀਕ ਹੈ ਜੀ। ਲਓ ਜੀ, ਅਸੀਂ ਇਹਦਾ ਸਪਸ਼ਟ ਜਵਾਬ ਜਿਹੜਾ ਲੇਖਰਾਜ ਜੀ, ਜਿਹੜੀ ਇਹ ਕਹਾਣੀ ਵੰਡ ਮੰਨੀ ਜਾ ਰਹੀ ਆ ਜੀ, ਕਿ ਇਹ ਸਹੀ ਵੰਡ ਨਹੀਂ ਹੈ ਇਲੈਕਸ਼ਨ ਜੋ ਹੋ ਰਹੀ ਹੈ। ਦੇਖੋ, ਬਹੁਤ ਸਾਰੇ ਜਿਹੜੇ ਬਹੁਜਨ ਸਮਾਜ ਦੇ ਸਾਥੀ ਵੀਰ ਆ, ਉਹਨਾਂ ਨੂੰ ਅਧੂਰੀ ਜਾਣਕਾਰੀ ਆ ਜੀ। ਸਭ ਤੋਂ ਪਹਿਲਾਂ ਆਪਣੀ ਜਾਣਕਾਰੀ ਨੂੰ ਦਰੁਸਤ ਕਰਨਾ ਜ਼ਰੂਰੀ ਆ ਜੀ, ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਅੱਗੇ ਤੁਰਦੀ ਆ। ਜੇ ਬਹੁਜਨ ਸਮਾਜ ਨੂੰ ਇਸ ਗੱਲ ਦਾ ਪਤਾ ਹੋਵੇ, 23% ਸੀਟਾਂ ਅਸੀਂ 117 ਦੇ ਵਿੱਚੋਂ ਲਈਆਂ ਆ ਜੀ। 117 ਦੇ ਵਿੱਚੋਂ 23% ਬਣਦਾ 20 ਸੀਟਾਂ ਜੀ, ਤੇ 20 ਸੀਟਾਂ ਲੈ ਕੇ ਅਸੀਂ ਪਹਿਲੀ ਵਾਰੀ ਜੇ ਸਮਝੌਤਾ ਕੀਤਾ ਤੇ ਅਸੀਂ 23% ਹੱਕ ਲੈ ਲਿਆ। ਦੂਸਰੀ ਗੱਲ, ਉਹ ਸੀਟਾਂ ਦੀ ਵੰਡ ਨੂੰ ਲੈ ਕੇ ਕਰਦੇ ਵੀ ਸੀਟਾਂ ਦੀ ਵੰਡ ਸਹੀ ਨਹੀਂ ਹੋਈ। ਸੋ ਕੁਛ ਜਿਹੜੀਆਂ ਪਾਰਟੀਆਂ ਦੀ ਪਿੱਟ ਵੋਟ ਹੁੰਦੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦਾ ਆ ਤੇ ਉਹਨਾਂ ਦੀ ਸਿੱਖ ਕਮਿਊਨਿਟੀ ਦੇ ਹੱਕਾਂ ਦੀ ਲੜਾਈ ਲੜਦਾ ਆ, ਉਹਦਾ ਕਰਕੇ ਉਹਨਾਂ ਦੀ ਜਿਹੜੀ ਵੋਟ ਬੈਂਕ ਹੈ, ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੀ ਆਪਣੀ ਸ਼ਡਿਊਲ ਕਾਸਟ ਵੋਟ ਆ, ਸੋ ਇਸ ਤਰ੍ਹਾਂ ਹਰ ਪਾਰਟੀ ਦੇ ਕੁਛ ਨਾ ਕੁਛ ਵੋਟ ਬੈਂਕ ਹੁੰਦੇ ਆ। ਸੋ ਮੈਂ ਨਾਲ ਦੀ ਨਾਲ ਦਰਸ਼ਕਾਂ ਦੀ ਜਾਣਕਾਰੀ 'ਚ ਇਹ ਵਾਧਾ ਕਰ ਦੇਵਾਂ, ਜਿਹੜੀਆਂ 20 ਸੀਟਾਂ ਦਿੱਤੀਆਂ ਉਹਨਾਂ 'ਚ 23,000 ਤੋਂ ਲੈ ਕੇ 58,000 ਵੋਟ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੀਟਾਂ ਛੱਡੀਆਂ ਆ। ਉਹਨਾਂ ਦੀ ਮਤਲਬ ਆਪੋ ਆਪਣੀ ਵੋਟ ਸੀ ਕਿਤੇ 58,000 ਬਿਲਕੁਲ ਜਾ ਕੇ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਚੈੱਕ ਕਰ ਸਕਦੇ ਆ। ਜੇਕਰ ਕਿਸੇ ਵੀ ਸਾਥੀ ਨੂੰ ਲੋੜ ਹੋਵੇ, ਮੇਰੇ ਕੋਲ ਲੈ ਸਕਦਾ। 23,000 ਤੋਂ ਲੈ ਕੇ 58,000 ਵੋਟਾਂ ਤੱਕ ਉਹਨਾਂ ਨੇ ਸੀਟਾਂ ਛੱਡੀਆਂ ਆ। ਸੋ ਜਿਹੜੀਆਂ ਸੀਟਾਂ ਦੀ ਉਹ ਗੱਲ ਕਰਦੇ, ਵੰਡ ਸਹੀ ਨਹੀਂ ਹੋਈ। ਜੇਕਰ ਅਸੀਂ ਫਲੋਰ
ਬੰਗਿਆਂ ਤੇ ਜ਼ਿਆਦਾ ਆਨੰਦਪੁਰ ਆਦਮਪੁਰ ਇਹਦੇ ਤੇ ਜ਼ਿਆਦਾ ਇੱਕ ਸਕਿੰਡ ਦੇਖੋ, ਜਿਹੜੀ ਜਦੋਂ ਵੀ ਕਦੇ ਸਮਝੌਤੇ ਹੁੰਦੇ ਆ ਕੁਝ ਗੇਨ ਕੀਤਾ ਜਾਂਦਾ, ਕੁਝ ਜਿਹੜਾ ਛੱਡਿਆ ਜਾਂਦਾ। ਜੇ ਫਲੌਰ ਦੀ ਗੱਲ ਕਰੀਏ, ਬੰਗਿਆਂ ਦੀ ਗੱਲ ਕਰੀਏ, ਆਦਮਪੁਰ ਦੀ ਗੱਲ ਕਰੀਏ, ਸਿਟਿੰਗ ਐਮਐਲਏ ਉਹਨਾਂ ਦੇ ਕਦੇ ਵੀ ਸੀਟ ਕਦੇ ਨਹੀਂ ਮਿਲਦੀ ਹੁੰਦੀ। ਫਲੌਰ ਦੇ ਉੱਤੋਂ, ਬੰਗਿਆਂ ਦੇ ਉੱਤੋਂ ਔਰ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੈਟਿੰਗ ਐਮਐਲਏ ਆ। ਸਿਟਿੰਗ ਐਮਐਲਏ ਦੀ ਸਾਨੂੰ ਸੀਟ ਨਹੀਂ ਮਿਲਦੀ। ਜੇਕਰ ਅਸੀਂ ਇਹ ਸੀਟਾਂ ਲੈ ਵੀ ਲੈਂਦੇ ਤੇ ਜਿਹੜੀ ਕਰਤਾਰਪੁਰ, ਨਵਾਂ ਸ਼ਹਿਰ ਤੇ ਫਗਵਾੜੇ ਦੀ ਸੀਟ ਤੇ ਵਿਰੋਧ ਹੋਣਾ ਸੀ, ਇਹ ਨਾਰਮਲ ਗੱਲ ਆ। ਇਹ ਪਾਰਟੀ ਇਹਨੂੰ ਸੋਲਵ ਕਰ ਲਊਗੀ। ਪਾਰਟੀ ਦੀਆਂ ਮੀਟਿੰਗਾਂ ਜਿਹੜੀਆਂ ਕਰਕੇ ਇਹ ਵੋਟਰਾਂ, ਸਪੋਰਟਰਾਂ ਨੂੰ ਤੇ ਲੀਡਰ ਨੂੰ ਸਮਝਾਇਆ ਜਾ ਸਕਦਾ। ਜਿਹੜੀ ਜਦੋਂ ਸਾਹਿਬ ਚੋਣ ਕਰਦੇ ਹੁੰਦੇ ਸੀ, ਉਹ ਕਹਿੰਦੇ ਸੀ ਅਸੀਂ ਜਿਹੜੇ ਰਿਜ਼ਰਵੇਸ਼ਨ ਵਾਲੇ ਆ ਉਹ ਨਹੀਂ ਲੈਣੀਆਂ ਜੀ, ਅਸੀਂ ਜਿੰਨੀਆਂ 25 ਲੈਣੀਆਂ ਦੂਜੀਆਂ ਜਨਰਲ ਜਨਰਲ ਜੀ। ਇਹ ਜੇਕਰ 35 ਸੀਟਾਂ ਤੇ ਅਸੀਂ ਰਿਜ਼ਰਵ ਤੇ ਆਉਨੇ ਆ ਤਾਂ 25 ਸਾਨੂੰ ਹੋਰ ਮਿਲ ਜਾਂਦੀਆਂ ਤਾਂ ਸਰਕਾਰ ਤਾਂ ਸਾਡੀ ਬਣਦੀ ਹੈ। ਦੇਖੋ ਚਾਹਲ ਸਾਹਿਬ, ਜਿਹੜੀਆਂ ਅਸੀਂ ਇਹ ਜਿਹੜੀਆਂ 20 ਰਾਮ ਦੇ ਅਨੁਸਾਰ ਚੱਲੀਏ, 35 ਦਾ ਤੁਸੀਂ ਦੇ ਦਿੱਤੇ ਜਿਹੜੇ ਆਉਣਾ ਹੀ ਆ ਵਿੱਚ, 35 ਬਾਕੀ ਤੋਂ ਅਸੀਂ ਲੈ ਕੇ 27 ਲੈ ਲਾਂਗੇ ਅਸੀਂ, ਤਾਂ ਸਾਡਾ ਤਾਂ ਬਹੁਮਤ ਆਉਂਦਾ ਹੀ ਆਉਂਦਾ। ਨਹੀਂ, ਇਸ ਤਰ੍ਹਾਂ ਨਹੀਂ। ਜਿਹੜੀਆਂ 20 ਸੀਟਾਂ ਮਿਲੀਆਂ ਇਹਦੇ ਚੋਂ 12 ਸੀਟਾਂ ਜਰਨਲ ਆ, 12 ਸੀਟਾਂ ਜਰਨਲ ਆ, 8 ਰਿਜ਼ਰਵ ਸੀਟਾਂ ਆ ਤੇ ਪੰਜਾਬ ਦੇ ਵਿੱਚ 17 ਰਿਜ਼ਰਵ ਸੀਟਾਂ ਆ। 17 ਦੇ ਵਿੱਚੋਂ 50% ਸਾਨੂੰ ਰਿਜ਼ਰਵ ਮਿਲੀਆਂ ਤੇ 12 ਸੀਟਾਂ ਜਰਨਲ ਮਿਲੀਆਂ ਆ ਟੋਟਲ ਸੀਟਾਂ ਚੋਂ। ਜੀ, ਸਾਹਿਬ ਦੀ ਲੜਾਈ ਹੁੰਦੀ ਸੀ ਜਾਂ ਸਾਹਿਬ ਦੀ ਚੋਣ ਹੁੰਦੀ ਸੀ ਜਾਂ ਮੰਗ ਹੁੰਦੀ ਸੀ, ਉਹ ਇਹ ਸੀ ਵੀ ਜਿਹੜੀਆਂ ਰਿਜ਼ਰਵ ਹੈ ਉਹ ਨਹੀਂ ਅਸੀਂ ਲੈਣੀਆਂ, ਸਾਨੂੰ ਜਾਣਨ ਚਾਹੀਦੇ ਤੇ ਸੋ ਇੱਕ ਕਾਲ ਲੈ ਲਈਏ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਹੈਲੋ ਜੀ, ਜੈ ਭੀਮ, ਜੈ ਗੁਰਦੇਵ ਜੀ। ਬਾਦਸ਼ਾਹ, ਮੈਂ ਤੁਹਾਡੇ ਨਾਲ ਗੱਲ ਸਿਰਫ ਛੋਟੀ ਜਿਹੀ ਕਰਨੀ ਹੈ। ਬੜਾ ਦਿਲ ਜਲ ਗਿਆ ਮੇਰਾ, ਤੁਸੀਂ ਜਿਹੜਾ ਪ੍ਰੋਗਰਾਮ ਲਿਆਂਦਾ ਫਸਟ ਕਲਾਸ ਹੈ। ਦਿਲ ਬੜਾ ਖੁਸ਼ ਹੋ ਗਿਆ ਜੋ ਕਿ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ। ਪਰ ਇਸ ਬੇਈਮਾਨ ਔਰਤ ਨੇ ਜਿਹੜਾ ਉਹਨਾਂ ਕਮੀਨਿਆਂ ਦੇ ਨਾਲ ਗਠਬੰਧਨ ਕੀਤਾ, ਵੱਡੀ ਬੇਇੱਜ਼ਤੀ ਕਰਵਾਤੀ। ਸਾਡੇ ਜਾਤੀ ਦੇ ਲੋਕ, ਠੀਕ ਹੈ ਮੈਂ ਮੰਨਦਾ, ਜੁੱਤੀਆਂ ਖਾਣ ਵਾਲੇ ਆ ਔਰ ਇਹ ਜੁੱਤੀਆਂ ਖਾਂਦੇ ਹੀ ਰਹਿਣਗੇ, ਮੰਨ ਲਿਓ। ਇਹ ਤੁਹਾਡੇ ਭਾਈ ਸਾਹਿਬ ਹੁਣੀ ਕਹਿ ਰਹੇ, ਸਿਆਣੇ ਬਜ਼ੁਰਗ ਜਿਹੜੇ, ਇਹਨਾਂ ਨੇ ਬਹੁਤ ਸੋਹਣੀ ਗੱਲ ਕਹਿਤੀ ਹੈ ਜੋ ਕਿ ਸਾਡੇ ਕਮੀਨਿਆਂ ਲੋਕਾਂ ਦੇ ਬਾਰੇ ਦੱਸਿਆ ਕਿ 50% ਉਹ ਸਿੱਖ ਬਣ ਗਏ ਹੋ ਆ। ਉਹ ਇਸ ਤਰ੍ਹਾਂ ਦੇ ਕਮੀਨਿਆਂ ਨੇ ਸਾਡੀ ਜਾਤ ਨੂੰ ਬਦਨਾਮ ਕਰ ਦਿੱਤਾ। ਹੁਣ ਜਿਹੜਾ ਇਹਨੇ ਗਠਬੰਧਨ ਬਣਾਤਾ, ਤੁਹਾਨੂੰ ਪਤਾ ਹੈ ਕਿ ਇਹਨੇ ਕਦੀ ਵੀ ਕਿਸੇ ਦੇ ਨਾਲ ਗੱਲ ਨਹੀਂ ਕੀਤੀ ਹੈਗੀ। ਮਾਇਆਵਤੀ ਨੇ, ਮੇਰਾ ਮਤਲਬ ਕਹਿਣ ਦਾ, ਨਾ ਹੀ ਕੋਈ ਮੁਜ਼ਾਹਰਾ ਕੀਤਾ ਕਦੇ। ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਸਵਾਲ ਕਰਦਾ, ਤੁਸੀਂ ਆਪਣਾ ਨਾਮ ਦੱਸੋਗੇ? ਮੈਂ ਲੰਡਨ ਤੋਂ ਬੋਲਦਾ ਆ। ਨਾ ਸਿਰਫ ਇਸ ਕਰਕੇ ਨਹੀਂ ਮੈਂ ਦੱਸਣਾ ਚਾਹੁੰਦਾ। ਮੇਰੀ ਹੁਣ ਗੱਲ ਸੁਣੋ ਭਾਜੀ, ਨਾ ਜੇ ਤੁਸੀਂ ਆਪਣਾ ਨਾਂ ਤੱਕ ਨਹੀਂ ਦੱਸਣਾ ਚਾਹੁੰਦੇ ਔਰ ਤੁਸੀਂ ਕਿਸੇ ਔਰਤ ਨੂੰ ਵੱਡੀ ਬੇਈਮਾਨ ਦੱਸ ਰਹੇ ਹੋ, ਤੁਸੀਂ ਆਪਣਾ ਨਾਂ ਦੱਸੋ ਤਾਂ ਕਿ ਅਸੀਂ ਤੁਹਾਡੀ ਹਿੰਮਤ ਦੇਖੀਏ ਕਿੰਨੀ ਆ। ਮੈਂ ਪਹਿਲਾਂ ਹੁਣ ਕਹਿਤਾ ਕਿ ਮੈਂ ਹੁਣ ਨਾ ਇਸ ਕਰਕੇ ਨਹੀਂ ਦੱਸਣਾ। ਜਿਹੜਾ ਅਕਾਲੀਆਂ ਦੇ ਨਾਲ ਨਾ ਦੱਸੋ, ਤੁਸੀਂ ਕਿਸੇ ਔਰਤ ਨੂੰ ਵੱਡੀ ਬੇਈਮਾਨ, ਤੁਹਾਡੀ ਗੱਲ ਦੁਕਾਨ ਚੱਲਣੀ, ਪਹਿਲਾਂ ਮਾਫੀ, ਸੌਰੀ ਫੀਲ ਕਰੋ ਵੀ ਮੈਂ ਇੱਕ ਔਰਤ ਬਾਰੇ ਅਪਸ਼ਬਦ ਬੋਲੇ। ਮੈਂ ਕਿਉਂ ਸੌਰੀ ਕਹਾਂ? ਇਹ ਬਾਹਮਣਾਂ ਦੇ ਹੱਥਾਂ ਲਿਖਿਆ ਬੋਲਦੀ ਆ, ਜੋ ਵੀ ਬੋਲਦੀ ਆ ਲਿਖਿਆ ਬੋਲਦੀ ਆ ਬਾਹਮਣਾਂ ਦਾ। ਬੇਈਮਾਨ ਜ਼ਿਆਦਾ ਸਾਬਤ ਕਰੋ ਕਿਸੇ ਵੀ ਔਰਤ ਨੂੰ, ਉਹ ਕਾਂਗਰਸ ਦੀ ਹੋਵੇ, ਉਹ ਭਾਜਪਾ ਦੀ ਹੋਵੇ। ਜਿਹੜੇ ਸ਼ਬਦ ਆ ਨਾ ਟੀਵੀ ਤੇ ਰੇਡੀਓ ਦੇ ਸ਼ਬਦ ਆ, ਉਹ ਸ਼ਬਦਾਵਲੀ ਦੀ ਚੋਣ ਕਰਨੀ ਚਾਹੀਦੀ। ਪਹਿਲਾਂ ਮੈਂ ਤੁਹਾਨੂੰ ਗਾਂਹ ਲੈਣ ਤੋਂ ਪਹਿਲਾਂ ਤੁਸੀਂ ਸੌਰੀ ਫੀਲ ਕਰੋ ਇੱਕ ਔਰਤ ਨੂੰ। ਮੈਨੂੰ ਨਹੀਂ ਪਤਾ ਤੁਸੀਂ ਕਿਹਨੂੰ ਕਿਹਾ, ਤੁਸੀਂ ਇੱਕ ਔਰਤ ਦੇ ਲਈ ਆਪਣੇ ਅਪੋਲੋਜਾਈਜ਼ ਕਰੋ, ਉਸ ਤੋਂ ਬਾਅਦ ਅਸੀਂ ਗਾਂਹ ਤੁਰਾਂਗੇ। ਤਾਂ ਫਿਰ ਜੇਕਰ ਮੈਂ ਅਪੋਲੋਜਾਈਜ਼ ਨਹੀਂ ਕਰਨ ਵਾਲਾ ਹੈਗਾ, ਫਿਰ ਤੁਹਾਡੀ ਅਸੀਂ ਗੱਲ ਨਹੀਂ ਕਰਾਂਗੇ ਗਾਂਹ। ਤਾਂ ਫਿਰ ਠੀਕ ਹੈ, ਮੈਨੂੰ ਮਨਜ਼ੂਰ ਆ। ਗੱਲ ਕੱਟੋ ਫਿਰ। ਠੀਕ ਹੈ, ਥੈਂਕ ਯੂ ਜੀ। ਪਿਆਰੇ ਦਰਸ਼ਕੋ, ਇਸ ਗੱਲ ਦਾ ਖਿਆਲ ਰੱਖੋ, ਕਿਸੇ ਵੀ ਔਰਤ ਨੂੰ, ਭਾਵੇਂ ਇੰਦਰਾ ਗਾਂਧੀ ਹੋਵੇ, ਉਹ ਕੋਈ ਵੀ ਹੋਵੇ, ਔਰਤ ਨੂੰ ਬੋਲਣ ਲੱਗਿਆ ਰਿਸਪੈਕਟ ਜ਼ਰੂਰ ਦਿਆ ਕਰੋ। ਹਾਂ, ਜੇ ਤੁਹਾਡੇ ਕੋਲ ਕੋਈ ਸਬੂਤ ਆ ਵੀ ਉਹ ਕੋਈ ਬੇਈਮਾਨ ਆ ਤਾਂ ਤੁਸੀਂ ਉਹ ਵਿਦ ਪ੍ਰੂਫ, ਜਾਨੀ ਜ਼ੁਬਾਨ ਦੇ ਤੌਰ 'ਤੇ ਵੀ ਤੁਸੀਂ ਕਹਿ ਸਕਦੇ ਆ। ਜੇ ਕੋਈ ਧਾਰਾ ਉਸ ਤਰ੍ਹਾਂ ਦੀ ਉਹਦੇ 'ਤੇ ਲਾਗੂ ਹੋਈ ਆ, ਬਿਨਾਂ ਵਜ੍ਹਾ ਅਸੀਂ ਕਿਸੇ ਬਾਰੇ ਵੀ ਨਹੀਂ ਸੁਣਨਾ। ਮੈਨੂੰ ਨਹੀਂ ਪਤਾ ਇਹ ਕਿਹਦੇ ਬਾਰੇ ਕਹਿ ਰਹੇ ਸੀ ਜੀ। ਵੋਟਾਂ ਦੀ, ਚੋਣਾਂ ਦੀ ਬਾਰੇ ਕਰ ਰਹੇ ਸੀ, ਵੰਡ ਬਾਰੇ। ਜੀ ਚਾਲ ਸਾਹਿਬ, ਆਪਾਂ ਜਿਹੜੀ ਗੱਲ ਕੀਤੀ ਆ ਸੀਟਾਂ ਦੀ ਵੰਡ ਨੂੰ ਲੈ ਕੇ, ਕੁਝ ਜਿਹੜੇ ਬਹੁਜਨ ਸਮਾਜ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਜਾਂ ਸੀਟਾਂ ਦੀ ਵੰਡ ਸਹੀ ਨਹੀਂ ਹੋਈ,
ਉਹਨੂੰ ਲੈ ਕੇ ਥੋੜ੍ਹੇ ਬਹੁਤੇ ਸਵਾਲ ਜ਼ਰੂਰ ਉੱਠੇ ਆ। ਸੋ ਮੈਂ ਉਹਦੇ 'ਚ ਕਲੀਅਰ ਕਰਨਾ ਚਾਹੁੰਦਾ ਵੀ ਸੀਟਾਂ ਦੀ ਜਿਹੜੀ ਵੰਡ ਆ ਕਈ ਵਾਰੀ ਬਹੁਤ ਕੁਝ ਦੇਖਣਾ ਪੈਂਦਾ। ਪਾਰਟੀਆਂ ਜਦੋਂ ਸਮਝੌਤੇ ਕਰਦੀਆਂ ਕੁਝ ਗਵਾਉਣਾ ਪੈਂਦਾ, ਕੁਝ ਲੈਣਾ ਪੈਂਦਾ। ਸੋ ਸੀਟਾਂ ਦੀ ਵੰਡ ਨੂੰ ਜਿਹੜੀਆਂ ਦਬਾਬੇ 'ਚ ਸਾਨੂੰ 5 ਸੀਟਾਂ 8 ਸੀਟਾਂ ਦਬਾਬੇ 'ਚ ਮਿਲੀਆਂ ਜੀ, 5 ਸਾਨੂੰ ਮਿਲੀਆਂ ਆ ਮਾਝੇ 'ਚ, 7 ਮਿਲੀਆਂ ਮਾਲਵੇ 'ਚ, 20 ਸੀਟਾਂ ਟੋਟਲ ਮਿਲੀਆਂ। ਅੱਗੇ ਹਮੇਸ਼ਾ ਅਸੀਂ ਦਬਾਬੇ ਦੇ ਵਿੱਚ ਜ਼ਿਆਦਾ ਫੋਕਸ ਕਰਦੇ ਹਾਂ ਅਤੇ ਦਬਾਬੇ 'ਚ ਬਹੁਜਨ ਸਮਾਜ ਪਾਰਟੀ ਦੀ ਵੋਟ ਬੈਂਕ ਜ਼ਿਆਦਾ, ਅਤੇ ਨਾਲ ਦੀ ਨਾਲ ਸਾਨੂੰ ਮਾਝੇ ਅਤੇ ਮਾਲਵੇ ਨੂੰ ਤਿਆਰ ਕਰਨ ਦੇ ਲਈ ਮੌਕਾ ਮਿਲਿਆ। ਮਾਝੇ ਅਤੇ ਮਾਲਵੇ 'ਚ ਬਹੁਤ ਸਾਰੀ ਜਿਹੜੀ ਅਕਾਲੀ ਦਲ ਦੀ ਵੋਟ ਹੈਗੀ ਆ, ਜੇਕਰ ਦੋਨੇ ਪਾਰਟੀਆਂ ਇਮਾਨਦਾਰੀ ਨਾਲ ਕੰਮ ਕਰਦੀਆਂ, ਦੋਨਾਂ ਦੀ ਵੋਟ ਟਰਾਂਸਫਰ ਹੁੰਦੀ ਆ ਅਤੇ ਅਸੀਂ ਬਹੁਤ ਸਾਰੀਆਂ ਸੀਟਾਂ ਦੇ ਵਿੱਚ ਜਿੱਤਣ 'ਚ ਸਫਲ ਹੋ ਸਕਦੇ ਹਾਂ। ਇਹ ਗੱਲ ਹੈਗੀ ਆ ਹੁਣ ਇਮਾਨਦਾਰੀ ਦੀ ਅਤੇ ਵੋਟ ਟਰਾਂਸਫਰ ਹੋਣ ਦੀ। ਸੋ ਜਿਹੜੀ ਵੋਟ ਪਿੱਟ ਵੋਟ ਤਾਂ ਹੁੰਦੀ ਆ, ਜਿਹੜੀ ਚੱਲਦੀ ਫਿਰਦੀ ਵੋਟ ਆ ਉਹ ਜਿੱਤ ਵਿੱਚ ਬਦਲਦੀ ਆ, ਉਹ ਜਿੱਤ ਹਾਰ ਦਾ ਨਤੀਜਾ ਕਰਦੀ। ਬਹੁਤ ਸਾਰੀ ਵੋਟ ਜਿਹੜੀ ਸਾਡੀ 14 ਜਾਂ 17 ਦੇ ਵਿੱਚ ਵਾਪਸ ਖੁਸ਼ੀ ਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ 'ਚ ਗਈ ਆ। ਸੋ ਜਦੋਂ ਗੱਠਜੋੜ ਹੁੰਦਾ, ਜਦੋਂ ਹਵਾ ਬਣਦੀ ਆ, ਜਦੋਂ ਲਹਿਰ ਬਣਦੀ, ਵੋਟ ਵਾਪਸ ਆ ਜਾਂਦੀ ਆ। ਸੋ ਜਿਹੜੀ ਆਪਣੀ ਬਹੁਤ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਦੂਜੇ ਨੰਬਰ ਦੀ ਪਾਰਟੀ, ਔਰ ਜਿਨ੍ਹਾਂ ਨੇ 25 ਸਾਲ ਪੰਜਾਬ ਤੇ ਰਾਜ ਕੀਤਾ, ਇਹਨਾਂ ਦੀ ਵੋਟ ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਵੋਟ ਆ ਅਤੇ ਪਿੰਡਾਂ ਦੇ ਵਿੱਚ ਹੀ ਬਹੁਜਨ ਸਮਾਜ ਪਾਰਟੀ ਦੀ ਜ਼ਿਆਦਾ ਵੋਟ ਆ। ਸੋ ਜਦੋਂ ਦੋਨੇ ਰਲ ਕੇ ਮਤਲਬ ਵੋਟ ਟਰਾਂਸਫਰ ਹੁੰਦੀ ਆ ਅਤੇ ਜਿੱਤ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਬਣਦੇ। ਔਰ ਅਸੀਂ ਆਪਣਾ ਤਜਰਬਾ ਪਿਛਲੇ 25 ਸਾਲ ਤੋਂ ਕਰਕੇ ਦੇਖ ਲਿਆ, ਕੱਲਿਆਂ ਲੜ ਕੇ ਅਸੀਂ 7.5% ਤੋਂ 8.5% ਤੋਂ 1.5% ਤੇ ਆ ਗਏ। ਸੋ ਇੱਕ ਮੌਕਾ ਆ। ਸੋ ਮੈਂ ਅਖੀਰ ਦੇ ਵਿੱਚ ਇਹ ਬਹੁਜਨ ਸਮਾਜ ਨੂੰ ਅਪੀਲ ਬੇਨਤੀ ਕਰਦਾ ਵਰਲਡ BSP ਸਪੋਰਟਰ ਦੇ ਮਾਧਿਅਮ ਤੋਂ ਵੀ ਇਸ ਸਮਝੌਤੇ ਦਾ ਸਵਾਗਤ ਕਰੋ, ਤਨ ਮਨ ਧਨ ਦੇ ਨਾਲ ਮੰਨ ਲਓ ਇਹਦਾ ਸਾਥ ਸਹਿਯੋਗ ਦਿਓ ਔਰ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਕਰੋ। ਨੇ ਸਾਡੇ ਕੋਲ ਜੇ 15 ਮਿੰਟ ਪਏ, ਤੁਸੀਂ ਅਖੀਰ ਤੇ ਨਾ ਹੋ ਅਜੇ ਤੁਹਾਡੀ ਸੇਵਾ ਲਵਾਂਗੇ। ਹਾਂਜੀ, ਜੈ ਗੁਰਦੇਵ, ਜੈ ਭੀਮ ਜੀ। ਹੈਲੋ ਜੀ। ਹਾਂਜੀ, ਜੈ ਗੁਰਦੇਵ ਜੀ, ਜੈ ਭੀਮ। ਜੈ ਭੀਮ ਜੀ। ਮੈਂ ਮੇਰਚੰਦ ਜੱਸਲ ਬੋਲਦਾ ਗਲਾਸਗੋ ਤੋਂ। ਜੀ ਜੀ ਜੱਸਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਖੁਸ਼ ਹਾਂ ਕਿ ਭਗਵਾਨ ਦਾਸ ਹੁਣਾਂ ਦਾ ਮੈਂ ਚਿਹਰਾ ਦੇਖਿਆ। ਮੁੱਦਤਾਂ ਤੋਂ ਬਾਅਦ ਮਿਲ ਰਹੇ ਆ ਜੀ ਤੁਹਾਨੂੰ ਭਗਵਾਨ ਦਾਸ ਜੀ। ਚਿਹਰਾ ਦੇਖਿਆ ਬੜੇ ਦੇਰ ਬਾਅਦ। ਥੈਂਕ ਯੂ। ਤੇ ਗੱਲ ਹੈਗੀ ਆ ਇਹ ਕਿ ਜਿੱਦਾਂ ਪ੍ਰੋਗਰਾਮ ਚੱਲ ਰਿਹਾ ਹੈ ਵਿੱਚ ਐਵੇਂ ਅਨਨੈਸੈਸਰੀ ਬਹਿਸ ਵੀ ਸ਼ੁਰੂ ਹੋ ਜਾਂਦੀ ਹੈ, ਜਿੱਦਾਂ ਹੋਈ ਆ। ਕੋਈ ਨਾ ਹੁੰਦੀ ਜੀ। ਗੱਲ ਹੈਗੀ ਇਹ ਕਿ ਉਹ ਇੱਕ ਪਗੜੀ ਦਾ ਮਾੜਾ ਜਿਹਾ ਨੁਕਤਾ ਸੀ, ਇੱਕ ਸੈਕਿੰਡ ਵਿੱਚ ਹੀ ਮੈਂ ਗੱਲ ਨਿਬੇੜਨੀ ਆ। ਅਗਰ ਇਦਾਂ ਦੀ ਗੱਲ ਕਹਿਣੀ ਹੋਵੇ, ਜੇ ਇਦਾਂ ਕਿਹਾ ਜਾਵੇ ਕਿ ਕੁਝ ਪਗੜੀਆਂ ਵਾਲੇ ਇਦਾਂ ਦੇ ਆ, ਗੱਲ ਮੁੱਕ ਜਾਂਦੀ ਹੈ। ਸਾਰੇ ਨਹੀਂ ਹੈ। ਹਾਂਜੀ ਜੀ, ਕੁਝ ਕਹਿ ਦੇਵੇ ਵੀ ਕੁਝ ਹੈਗੇ ਆ, ਸਾਰੇ ਨਹੀਂ, ਉਹਦੇ ਝਗੜਾ ਹੀ ਨਹੀਂ ਬਣ ਜਾਂਦਾ। ਦੂਜੀ ਗੱਲ ਹੈਗੀ ਆ ਇਹ ਕਿ ਜਿਹੜਾ ਅਲਾਇੰਸ ਕੀਤਾ ਅਕਾਲੀ ਪਾਰਟੀ ਦੇ ਨਾਲ, ਉਹ ਬਿਲਕੁਲ ਸਹੀ ਕੀਤਾ ਜੀ। ਗੱਲ ਆ ਕਿ BSP 0 ਤੇ ਆ ਆਈ, ਉਧਰ ਯੂਪੀ ਦੇ ਵਿੱਚ ਵੀ ਆ। ਜਿਹੜੀ ਮੋਦੀ ਨੇ ਸਾਰੀਆਂ ਪਾਰਟੀਆਂ ਨੂੰ ਰਗੜ ਕੇ ਰੱਖ ਦਿੱਤਾ ਜੀ। ਇਸ ਕਰਕੇ ਫਿਰ ਜ਼ਮਾਨਾ ਅੱਜ ਕੱਲ ਹੈਗਾ ਅਲਾਇੰਸ ਕਰਨ ਦਾ ਹੀ। ਅਲਾਇੰਸ ਤੋਂ ਬਗੈਰ BSP ਦੇ ਵਿੱਚ ਜਾਨ ਨਹੀਂ ਪੈਣੀ ਜੀ। ਇਹ ਤੁਸੀਂ ਸ਼ੁਕਰ ਕਰੋ ਕਿ ਇੱਕ ਵੱਡੀ ਪਾਰਟੀ ਨੇ ਆਫਰ ਕਰ ਦਿੱਤਾ। ਜਿਹੜੀ ਪਾਰਟੀ 0 ਤੇ ਹੋਵੇ, ਵੱਡੀ ਪਾਰਟੀ ਕਦੀ ਉਹਦੇ ਨਾਲ ਨਹੀਂ ਅਲਾਇੰਸ ਕਰਦੀ, ਕਿਉਂਕਿ ਉਹਨਾਂ ਨੂੰ ਵੀ ਹੁਣ ਡਰ ਪੈ ਗਿਆ ਕਰਕੇ। ਇਹ ਵੀ ਗੱਲ ਹੈਗੀ ਆ ਜੀ ਕਿ ਇੱਕ ਪਾਰਟੀ ਹੋਰ ਵੀ ਉੱਠ ਰਹੀ ਆ। ਕੰਮ ਉੱਥੇ ਪੰਜਾਬ ਦਾ ਕਾਫੀ ਖਰਾਬ ਹੋਣ ਵਾਲਾ ਆ। ਤੁਸੀਂ ਸਮਝ ਲਓ ਵੀ ਲੱਕੀ ਆ ਕਿ ਜਿਹੜੀ ਵੱਡੀ ਪਾਰਟੀ ਨੇ ਆਫਰ ਕੀਤਾ ਔਰ ਅਲਾਇੰਸ ਹੋ ਗਿਆ। ਇਹਨੂੰ ਨੈਗੇਟਿਵ ਨਾ ਸੋਚੋ, ਪੋਜ਼ਿਟਿਵ ਸੋਚੋ। ਇਹ ਸਹੀ ਹੋਇਆ ਜੋ ਹੋਇਆ। ਦੂਸਰੀ ਗੱਲ ਹੈ ਕਿ ਮੈਂ ਇੱਕ ਖਾਸ ਦੱਸਣ ਲੱਗਾ ਕਿ ਮਾਇਆਵਤੀ ਜੀ ਜਿਹੜੀ ਆ ਕਿ ਕਈ ਸਾਲ ਹੋ ਚੱਲੇ, ਸਮਝ ਲਓ ਵੀ ਉਹ ਚੁੱਪ ਵਾ, ਸਾਈਲੈਂਟ ਵਾ। ਉਹ ਵੀ ਇੱਕ ਕਿਸਮ ਦੀ 0 ਤੇ ਆ ਔਰ ਉਹਨੇ ਇੱਕ ਨਵੀਂ ਖੇਡ ਖੇਡਣੀ ਆ। ਉਹਨ BJP ਦੇ ਨਾਲ ਸਮਝੌਤਾ ਕਰਨਾ ਆ। ਇਹ ਤੁਸੀਂ ਨੋਟ ਕਰ ਲਈਓ, ਕਿਉਂਕਿ ਉਹਦਾ ਵੀ ਹੋਰ ਗੁਜ਼ਾਰਾ ਹੈ ਨਹੀਂ ਹੁਣ ਵੀ ਕਿਤੇ ਵੀ। ਜਿਸ ਤਰ੍ਹਾਂ ਹਾਲਾਤ ਬਣ ਚੁੱਕੇ ਹੈਗੇ ਆ, ਇਹਨਾਂ ਹਾਲਾਤਾਂ ਦਾ ਨਜਿੱਠਣਾ ਜੇ ਹੈਗਾ ਹੈ ਨਾ, ਅਗਰ ਕੋਈ ਅਲਾਇੰਸ ਹੁੰਦਾ ਤੇ ਉਹਨੂੰ ਨੈਗੇਟਿਵ ਨਾ ਸੋਚੋ, ਪੋਜ਼ਿਟਿਵ ਸੋਚੋ। ਠੀਕ ਹੈ ਜੀ, ਮਿਹਰਬਾਨੀ ਜੀ ਜੱਸਲ ਸਾਹਿਬ। ਚਾਹੁੰਦਾ
ਜਸਨ ਜੀ ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਚਾਹੁੰਦੇ ਵੀ ਰਿਲਾਇੰਸ 'ਚ ਰਹਿਣਾ ਚਾਹੀਦਾ? ਹਾਂਜੀ, ਥੈਂਕ ਯੂ ਜੀ ਜਸਨ ਸਾਹਿਬ, ਥੈਂਕ ਯੂ। ਜਿਹੜੀ ਮੈਂ ਇੱਕ ਵਾਰੀ ਫਿਰ ਦੱਸ ਦਵਾਂ, ਜਸਨ ਸਾਹਿਬ ਜੀ ਨੇ ਵੀ ਗੱਲ ਕਹੀ ਆ, ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਕਿ ਪਗੜੀਧਾਰੀ ਕਿਸੇ ਇੱਕ ਵਾਸਤੇ ਸ਼ਬਦ ਆ, ਸਾਰਿਆਂ ਵਾਸਤੇ। ਉਹ ਉਸ ਬੁਰੇ ਲਈ, ਉਹ ਪਗੜੀਧਾਰੀ ਹੋਵੇ, ਉਹ ਬੋਧੀਧਾਰੀ ਹੋਵੇ, ਜਿਹੜਾ ਬੁਰਾ ਉਹ ਬੁਰਾ। ਕੋਰਟ ਕਦੇ ਇਹ ਨਹੀਂ ਦੇਖਦੀ ਵੀ ਗਲਤੀ ਕਿਹਨ ਕੀਤੀ, ਧਰਮ ਨੇ ਕੀਤੀ ਜਾਂ ਨਹੀਂ, ਜਿਹੜੇ ਵਿਅਕਤੀ ਨੇ ਕੀਤੀ ਆ ਉਹਦੀ ਗੱਲ ਅਸੀਂ ਬਿੱਟੂ ਦੀ ਕਰ ਰਹੇ ਹਾਂ। ਬਾਕੀ ਜਿਹੜਾ ਸਿੱਖ ਧਰਮ 'ਚ ਚੰਗਾ ਉਹ ਚੰਗਾ ਹੀ ਹੈ, ਜਿਹੜਾ ਹਿੰਦੂਆਂ 'ਚ ਚੰਗਾ ਉਹ ਚੰਗਾ ਹੀ ਆ, ਜਿਹੜਾ ਮੁਸਲਮਾਨਾਂ ਚੰਗਾ ਉਹ ਚੰਗਾ, ਜਿਹੜਾ ਬੈਡ ਹੋਵੇਗਾ ਉਹ ਬੈਡ ਹੀ ਰਹੂਗਾ ਜੀ। ਹਾਂਜੀ ਭਗਵੰਤ ਜੀ, ਤੁਸੀਂ ਹੁਣ ਕਾਂਗਰਸ 'ਚ ਰਹੋਗੇ ਜਾਂ ਤੁਹਾਡਾ ਵੀ ਮਨ ਹੈ ਵੀ ਹੁਣ ਇਹਨੂੰ ਛੱਡਿਆ ਜਾਏ? ਨਹੀਂ, ਦੇਖੋ ਕਾਂਗਰਸ ਪਾਰਟੀ ਕੋਈ ਮਾੜੀ ਨਹੀਂ, ਮੈਨੇਜਮੈਂਟ ਗਲਤ ਆ ਜਾਏ ਤਾਂ ਉਹਦਾ ਕਈ ਵਾਰੀ ਬਸ ਨਹੀਂ ਹੁੰਦਾ। ਇਹ ਲੋਕਾਂ ਨਾਲ ਇਸ ਵੇਲੇ ਲੋਕਾਂ ਦੇ ਹੱਥ 'ਚ ਆ ਜੀ। ਇਸ ਲਈ ਜਿਹੜਾ ਬੋਲ ਆ ਲੋਕਾਂ ਕੋਲ ਆ, ਲੋਕ ਦੇ ਕੰਮ ਹੋਏ ਨਹੀਂ ਹੋਏ, ਕਿੰਨੇ ਹੋਏ, ਵੋਟ ਕਿਹਨੂੰ ਜਾਊਗੀ ਜੀ। ਸੈਕੂਲਰ ਪਾਰਟੀ ਆ, ਪਰ ਬੇਸ਼ੱਕ ਇੱਕ ਇਨਸਾਨ ਨਾਲ ਗਲਤੀ ਕੀਤੀ ਉਹਨੂੰ ਸਾਰੇ ਅੱਜ ਲੋਕ ਥੂ ਪੈ ਕਰਦੇ ਆ ਜੀ, ਔਰ ਹਾਈ ਕਮਾਂਡ ਵੀ ਇਹਦੇ ਬਾਰੇ 'ਚ ਐਕਸ਼ਨ ਲੈਂਦੀ ਆ, ਕੀ ਲੈਂਦੀ ਪਤਾ ਲੱਗ ਜਾਊ। ਪਰ ਇੱਕ ਗੱਲ ਆ, ਹੁਣ ਕਾਂਗਰਸ ਜਿਹੜੀ ਹੁਣ ਇੰਨੀ ਉਮਰ ਹੋ ਗਈ ਆ, ਇੰਨੇ ਸਾਲ ਹੋ ਗਏ ਕਾਂਗਰਸ ਦਾ ਝੰਡਾ ਚੱਕ ਕੇ ਤੁਰਿਓ ਆ। ਦੂਸਰੀ ਕਾਂਗਰਸ ਨੇ ਜਿਹੜੇ ਕੰਮ ਦੇਖੋ, ਸਰਦਾਰ ਮਨਮੋਹਨ ਸਿੰਘ ਡਾਕਟਰ ਜੀ ਨੇ ਇਹ ਕਿੰਨਾ ਕੰਮ ਸਾਡੇ ਲੋਕਾਂ ਲਈ ਕੀਤਾ ਜੀ। ਦੇਖੋ 3-3 ਮਹੀਨੇ ਜਿਹੜੇ ਸਾਰੇ ਗਰੀਬ ਲੋਕਾਂ ਨੂੰ ਪਿੰਡਾਂ ਦੇ ਵਿੱਚ ਉਹਨੇ ਰੁਜ਼ਗਾਰ ਦਿੱਤੀ ਜੀ, ਠੀਕ ਆ। ਨਰੇਗਾ ਉਹਨੂੰ ਕੀ ਕਹਿੰਦੇ ਆ, ਨਰੇਗਾ ਦਾ ਕੰਮ ਕੀਤਾ ਗਰੀਬ ਬੰਦਿਆਂ ਲਈ। ਕਮ ਸੇ ਕਮ ਸੈਂਟਰ 'ਚੋਂ ਕੁਛ ਤਾਂ ਕੰਮ ਹੋਇਆ ਨਹੀਂ। ਪਰ ਦੇਖੋ ਤਾਂ ਪੰਜਾਬ ਦੇ ਜਿਹੜੇ ਵਿਦਿਆਰਥੀਆਂ ਦੇ ਵਜ਼ੀਫੇ ਆ, ਬਿਲਕੁਲ ਸਹੀ ਗੱਲ ਆ ਜਿਹੜੀ ਤੁਸੀਂ ਕਰ ਰਹੇ ਆ। ਉਹ ਧਰਮ ਸੋਤ ਨੇ ਜੋ ਕੀਤਾ ਉਹਨੂੰ ਪਤਾ ਨਹੀਂ ਇਹ ਕੀ ਹੁੰਦਾ, ਵੀ ਉਹਨੂੰ ਕਲੀਨ ਚਿੱਟ ਦੇ ਦਿੱਤੀ। ਅਸੀਂ ਇਸ ਗੱਲ ਲਈ ਮੰਨਣ ਲਈ ਤਿਆਰ ਨਹੀਂ ਵੀ ਉਸ ਬੰਦੇ ਨੂੰ ਕਲੀਨ ਚਿੱਟ, ਜਿਹੜੇ 64 ਕਰੋੜ ਰੁਪਈਆ ਸਾਡੇ ਗਰੀਬ ਬੰਦਿਆਂ ਦਾ ਵਜ਼ੀਫਾ ਹੀ ਖਾ ਗਿਆ ਜੀ। ਸੋ ਹੋਰ ਵੀ ਹੈ ਕਈ, ਇਹ ਇੱਕ ਪਾਰਟੀ 'ਚ ਨਹੀਂ, ਅਕਾਲੀਆਂ ਵਿੱਚ ਵੀ ਇਦਾਂ ਦੇ ਬੰਦੇ ਹੈਗੇ ਆ। ਤੁਸੀਂ ਇਹ ਨਾ ਗੱਲ ਕਰੋ ਵੀ ਇੱਕ ਇਕੱਲੀ ਕਾਂਗਰਸ ਵਿੱਚ ਹੀ ਆ। 10 ਸਾਲਾਂ ਦੀ ਅਕਾਲੀ ਪਾਰਟੀ ਸੀ, ਉਹਦੇ ਵਿੱਚ ਕਿੰਨਾ ਅਤਿਆਚਾਰ, ਕਿੰਨੇ ਘਪਲੇ, ਕਿੰਨਾ ਕੁਛ ਹੋਇਆ, ਕਿਹੜੀ ਪਾਰਟੀ 'ਚ ਨਹੀਂ ਹੁੰਦਾ। ਸੋ ਇਹ ਜਿਹੜੀ ਆ ਸਾਡੀ ਕਾਂਗਰਸ ਪਾਰਟੀ ਹੈ, ਇੰਨੀ ਪੁਰਾਣੀ ਪਾਰਟੀ ਹੈ, ਚੱਲੀ ਆ ਰਹੀ ਆ, ਪਰ ਮੈਨੇਜਮੈਂਟ ਇਹ ਚੇਂਜ ਹੋਣੀ ਚਾਹੀਦੀ ਹੈ, ਮੈਂ ਇਹ ਕਹੂੰਗਾ ਜੀ। ਬਿਲਕੁਲ, ਮੈਂ ਬੇਨਤੀ ਕਰਾਂਗਾ ਸਟੂਡੀਓ 'ਚ ਵੀ ਜੋ ਉਹਨਾਂ ਨੇ ਕਿਹਾ ਸਮਝ ਨਹੀਂ ਆਉਂਦਾ ਇੱਥੇ ਤੁਸੀਂ ਸਾਨੂੰ ਲਿਖ ਕੇ ਦਿਓ ਤਾਂ ਕਿ ਅਨਾਉਂਸ ਕੀਤਾ ਜਾਏ। ਆਮ ਆਦਮੀ ਦੇ ਪ੍ਰਧਾਨ, ਆਪ ਦੇ MP ਭਗਵੰਤ ਮਾਨ, ਉਹਨਾਂ ਨੇ ਕਿਹਾ ਵੀ ਇੱਕ ਡੁੱਬਦਾ ਹੋਇਆ ਜਹਾਜ਼ ਸੀ ਜਿਹਦੇ ਵਿੱਚ ਪੱਥਰ ਵੀ ਜਾਂ ਚੂਹਾ ਵੀ ਬਹਿ ਜਾਂਦਾ ਤਾਂ ਉਹਨੂੰ ਡੁੱਬਣਾ ਸੀ, ਨਹੀਂ ਹਾਥੀ ਚੜਾ ਲਿਆ। ਕੀ ਕਰਨਾ? ਨਹੀਂ ਦੇਖੋ, ਇਸ ਤਰ੍ਹਾਂ ਗੱਲ ਨਹੀਂ। ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹਨਾਂ ਨੇ ਊਟ ਪਟਾਂਗ ਜਿਹੜਾ ਬੋਲਣਾ ਹੀ ਆ ਜੀ। ਸਾਨੂੰ ਇਹਨਾਂ ਦਾ ਕੋਈ ਡਰ ਨਹੀਂਗਾ। ਬਹੁਜਨ ਸਮਾਜ ਪਾਰਟੀ ਜਿੱਥੇ ਇੱਕ ਰਾਜਨੀਤਿਕ ਪਾਰਟੀ ਆ, ਉੱਥੇ ਇੱਕ ਸਮਾਜਿਕ ਅੰਦੋਲਨ ਤੇ ਆਰਥਿਕ ਮੁਕਤੀ ਦਾ ਵੀ ਅੰਦੋਲਨ ਆ। ਸੋ ਸਾਡੀ ਜਿਹੜੀ ਵਿਚਾਰਧਾਰਾ ਇਹ ਜਿਹੜੀ ਆ ਲਗਾਤਾਰ ਇਦਾਂ ਹੀ ਚੱਲਦੀ ਰਹਿਣੀ ਆ। ਲਿਖ ਕੇ ਦਿਓ ਜੀ, ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਿ ਰਹੇ। ਸੋ ਇਹ ਜਿਹੜੀ ਆ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਨੂੰ ਕਈ ਵਾਰੀ ਸੁਧਾਰਨ ਦੇ ਲਈ ਜਾਂ ਉੱਚ ਕੰਮ ਕਰਨ ਲਈ ਹਜ਼ਾਰਾਂ ਸੈਂਕੜੇ ਸਾਲ ਲੱਗ ਜਾਂਦੇ ਆ। ਤੇ ਰਾਜਨੀਤਿਕ ਸੱਤਾ ਇੱਕ ਇਹੋ ਜਿਹੀ ਸ਼ਕਤੀ ਆ ਜਿਹਦੇ 'ਚ ਥੋੜ੍ਹੇ ਸਮੇਂ 'ਚ ਆਪਾਂ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਕਰ ਸਕਦੇ, ਜਿਹਦੀ ਉਦਾਹਰਨ ਸਾਡੇ ਕੋਲ ਯੂਪੀ ਦੀ ਇਸ ਟਾਈਮ ਮੌਜੂਦ ਆ। ਜਦੋਂ ਕਿਤੇ ਵੀ ਮੌਕਾ ਮਿਲਿਆ, ਅਕਸਰ ਤੁਸੀਂ ਕਿਹਾ ਕਰਦੇ ਵੀ ਯੂਪੀ ਜਾ ਕੇ ਦੇਖੋ, ਬਹੁਜਨ ਸਮਾਜ ਪਾਰਟੀ ਦਾ ਜਦੋਂ ਰਾਜ ਆਇਆ ਸੀ, ਕਿੰਨੀਆਂ ਯੂਨੀਵਰਸਿਟੀਆਂ, ਕਿੰਨੇ ਸਕੂਲ ਕਾਲਜ, ਕਿੰਨੇ ਭਵਨ, ਕਿੰਨੇ ਪਰਿਵਰਤਨ ਚੌਂਕ ਬਣਾਤੇ। ਸੋ ਇਸੇ ਤਰ੍ਹਾਂ ਜੇ ਸਾਨੂੰ ਪੰਜਾਬ ਦੇ ਵਿੱਚ ਮੌਕਾ ਮਿਲਦਾ ਆ ਤੇ ਬਹੁਜਨ ਸਮਾਜ ਪਾਰਟੀ ਦੇ ਸਾਥ ਸਹਿਯੋਗ ਨਾਲ ਸਰਕਾਰ ਬਣਦੀ ਆ ਤੇ ਅਸੀਂ ਯੂਪੀ ਵਾਲਾ ਪੈਟਰਨ ਪੰਜਾਬ 'ਚ ਵੀ ਲਾਗੂ ਕਰਾਂਗੇ। ਸੋ ਇਹ ਇੱਕ ਮੌਕਾ ਆ ਮੇਰੇ ਹਿਸਾਬ ਨਾਲ, ਇਹਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ। ਦੂਸਰੀਆਂ ਪਾਰਟੀਆਂ, ਮੈਂ ਅੱਗੇ ਗੱਲ ਕਰ ਚੁੱਕਾ, ਜਿਹੜੇ ਕਦੀ ਬਸਪਾ ਦਾ ਨਾਂ, ਜਿਹੜੇ ਕਹਿੰਦੇ ਵੀ ਇਹ ਹਾਸ਼ੀਏ 'ਤੇ ਆ ਚੁੱਕੇ, ਇਹਨਾਂ ਦੀ ਵੋਟ ਹੈ ਨਹੀਂ, ਤੇ ਫਿਰ ਜਿਹੜੀ ਐਡੀ ਵੱਡੀ ਪਾਰਟੀ ਨੂੰ ਸਮਝੌਤਾ ਕਰਨ ਦੀ ਕੀ ਲੋੜ ਆ?
ਸੋ ਸੁਖਬੀਰ ਬਾਦਲ ਜਿਹੜੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਨੇ ਸਾਰੇ ਪੱਖ ਦੇਖ ਕੇ ਸਾਰੀਆਂ ਗੱਲਾਂ ਤੇ ਵਿਚਾਰਾਂ ਕਰਕੇ ਸਮਝੌਤਾ ਕੀਤਾ ਆ। ਸੋ ਸਰਕਾਰ ਬਣਾਉਣ ਲਈ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲਿਆ। ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ CPM ਦੂਸਰੀਆਂ ਪਾਰਟੀਆਂ ਨੂੰ ਵੀ 5, 7, 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਸਕਦਾ ਆ। ਸੋ ਜ਼ਿਆਦਾਤਰ ਸਾਨੂੰ ਜ਼ਰੂਰ ਇਹ ਜਿਹੜੀਆਂ BJP ਵਾਲੀਆਂ ਸੀਟਾਂ ਮਿਲੀਆਂ ਆ, ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀਆਂ ਸੀਟਾਂ ਵੀ ਛੱਡੀਆਂ ਜਿੱਥੇ ਉਹਨਾਂ ਦੇ ਦੂਸਰੇ ਨੰਬਰ ਦੀ ਪੋਜੀਸ਼ਨ ਹੈ। ਸੋ ਇਹਦਾ ਮੈਂ ਸਵਾਗਤ ਕਰਦਾ। ਸੋ ਵਧੀਆ ਸਮਝੌਤਾ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਚੱਲ ਸਕਦੀ ਜੀ। ਸਟੂਡੀਓ 'ਚੋਂ ਕੁਝ ਇਸ਼ਾਰਾ ਆ ਰਿਹਾ ਵੀ ਸ਼ਾਇਦ ਸਵੇਰ ਨੂੰ ਅੰਮ੍ਰਿਤ ਬਾਣੀ ਦੇ ਪ੍ਰੋਗਰਾਮ, ਮੈਨੂੰ ਕਿਉਂਕਿ ਮੈਨੂੰ ਬੇਨਤੀ ਹੈ ਕਿ ਥੋੜ੍ਹਾ ਲਿਖ ਕੇ ਦੇ ਦਿਓ, ਕੋਈ ਸੈਂਟਰ ਦੇ ਵਿੱਚ ਪ੍ਰੋਗਰਾਮ ਆ, ਉਹਦੇ ਬਾਰੇ ਗੱਲ ਹੋ ਰਹੀ ਹੈ। ਹਾਂਜੀ, ਜੈ ਗੁਰਦੇਵ ਜੈ ਭੀਮ ਜੀ। ਹੈਲੋ। ਹਾਂਜੀ, ਹੈਲੋ ਜੀ। ਹੈਲੋ ਜੀ। ਹੈਲੋ, ਮੇਰੀ ਆਵਾਜ਼ ਸੁਣਾਈ ਨਹੀਂ ਚਾਲ ਸਾਹਿਬ? ਹਾਂਜੀ, ਆਵਾਜ਼ ਆ ਰਹੀ ਜੀ ਮਨਹਾਸ ਸਾਹਿਬ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ ਸਾਰਿਆਂ ਨੂੰ। ਹਾਂਜੀ, ਹੈਲੋ। ਹਾਂਜੀ, ਬੋਲੋ। ਹਾਂਜੀ ਮਨਹਾਸ ਜੀ, ਬੋਲੋ, ਤੁਹਾਡੀ ਆਵਾਜ਼ ਆ ਰਹੀ। ਪਹਿਲਾਂ ਤਾਂ ਸਾਰੇ ਹੀ ਸਮਾਜ ਨੂੰ ਜੀ, ਜਿੰਨੇ ਸਾਡੇ ਬਹੁਜਨ ਸਮਾਜ ਦੇ ਸਪੋਰਟਰ ਹੈ, ਰਵਿਦਾਸੀਆ ਸਮਾਜ ਤੇ ਅਕਾਲੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਹੈ, ਸਾਰਿਆਂ ਨੂੰ ਬਹੁਤ ਇਸ ਸਮਝੌਤੇ ਦੀ ਵਧਾਈ। ਤੇ ਬਹੁਤ ਸਾਰੇ ਸੱਜਣ ਜਿਹੜੇ ਸਾਡੇ ਉਹ ਡਿਸਅਪੁਆਇੰਟਡ ਜਾਂ ਨੈਗੇਟਿਵ ਸੋਚ ਲੈ ਕੇ ਤੁਰੇ ਆ, ਕਿਉਂਕਿ ਸਾਨੂੰ ਇਹ ਦੇਖੋ ਵੀ ਸਮਝੌਤੇ ਦੇ ਨਾਲ ਇੰਨੀ ਹਲਚਲ ਕਿਉਂ ਪੈਦਾ ਹੋ ਗਈ ਜੀ, ਕਿਉਂਕਿ ਦੂਜੀਆਂ ਪਾਰਟੀਆਂ ਹਲਚਲ ਕਿਉਂ ਆ, ਡਰ ਕਿਉਂ ਹੈ ਨਾ? ਇਹਦਾ ਮਤਲਬ ਕੋਈ ਨਾ ਕੋਈ ਤਾਂ ਪੋਜ਼ਿਟਿਵ ਪੁਆਇੰਟ ਉਹਨਾਂ ਨੂੰ ਦਿਸਦਾ ਨਾ, ਕਿਉਂਕਿ 1996 ਦੇ ਵਿੱਚ ਜਦੋਂ ਸਾਡਾ ਸਮਾਜ ਇੰਨਾ ਤਿਆਰ ਨਹੀਂ ਸੀ, ਉਸ ਵੇਲੇ ਵੀ 13 ਚੋਂ 11 ਸੀਟਾਂ 3 BSP ਤੇ 8 ਅਕਾਲੀ ਦਲ ਜਿੱਤ ਚੁੱਕੇ, ਜਦੋਂ ਕਿ ਇੰਨੀ ਤਿਆਰੀ ਨਹੀਂ ਸੀ ਉਸ ਵੇਲੇ। ਤੇ ਭੈਣ ਜੀ ਮਾਇਆਵਤੀ ਇੱਕ ਤਿਆਗੀ ਲੀਡਰ ਹੈ, ਜਿਹੜਾ ਵੀ ਕੋਈ ਉਹਦੇ ਖਿਲਾਫ ਜਿੱਦਾਂ ਕਹਿੰਦੇ ਆ ਅਸੀਂ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਇੱਕ ਤਿਆਗੀ ਹੋਣਾ ਬਹੁਤ ਹੀ ਔਖਾ, ਜਿਹਨੇ ਆਪਣਾ ਸਭ ਕੁਝ ਛੱਡਿਆ। ਬਿਲਕੁਲ ਜੀ, ਇਸ ਸਮਾਜ ਦੇ ਲਈ ਉਹ ਬੜਾ ਔਖਾ ਹੈ, ਔਰ ਏਦਾਂ ਦੀ ਲੀਡਰ ਸਾਨੂੰ ਮਿਲਣੀ ਵੀ ਨਹੀਂ ਹੈ, ਇਹ ਵੀ ਬੜੀ ਔਖੀ ਹੈ। ਸੋ ਕਹਿਣ ਦਾ ਮਤਲਬ ਕਿ ਇੰਨੀ ਬੜੇ ਪੋਜ਼ਿਟਿਵ ਰਿਜ਼ਲਟ ਆਉਣੇ ਆ, ਔਰ ਬੜੀ ਖੁਸ਼ੀ ਦੀ ਲਹਿਰ ਉੱਠੀ ਹੈ ਪਿੰਡਾਂ ਦੇ ਵਿੱਚ। ਅਸੀਂ ਰੋਜ਼ ਪਿੰਡਾਂ ਦੇ ਵਿੱਚ ਲਿੰਕ ਬਣੇ ਹੋਏ ਹਾਂ, ਇਸ ਵੇਲੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀਆਂ ਲਿਸਟਾਂ ਬਣ ਚੁੱਕੀਆਂ, ਔਰ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਪਿੰਡ ਟੂ ਪਿੰਡ। ਇਸ ਤੇ ਬੜੇ ਪੋਜ਼ਿਟਿਵ ਰਿਜ਼ਲਟ ਹੋਣੇ ਆ। ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਾਂ ਪੋਜ਼ਿਟਿਵ ਸੋਚ ਨੂੰ ਜ਼ਿਆਦਾ ਅਪਣਾਈਏ, ਨਾ ਕਿ ਨੈਗੇਟਿਵ ਨੂੰ, ਕਿਉਂਕਿ ਜਿਹੜੇ ਕਈ ਸੱਜਣ ਤਾਂ ਇਹ ਕਹਿੰਦੇ ਆ ਜੀ BSP ਸਿਧਾਂਤਕ ਤੋਂ ਖਤਮ ਹੋ ਗਈ। ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਵੀ ਸਿਧਾਂਤਕ ਤੋਂ ਖਤਮ ਹੋ ਗਈ ਜਾਂ ਸਿਧਾਂਤਕ ਨੂੰ ਛੱਡ ਗਏ। ਸਿਧਾਂਤ ਵੀ ਉਹੀ ਹੈ, ਸਾਰਾ ਕੁਝ ਉਹੀ ਆ, ਫਾਊਂਡੇਸ਼ਨ ਵੀ ਉਹੀ ਹੈ। ਜਿਸ ਪਾਰਟੀ ਦੀ ਫਾਊਂਡੇਸ਼ਨ ਸਟਰੋਂਗ ਹੈ ਉਹ ਕਦੇ ਹਿੱਲਣ ਵਾਲੀ ਨਹੀਂ, ਕਿਉਂਕਿ ਜਿਹੜਾ ਸਮਝੌਤਾ ਹੋਇਆ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ 1996 ਵਿੱਚ ਇੱਕ ਵਾਰੀ ਐਗਜ਼ਾਮਪਲ ਦਿੱਤੀ ਸੀ, ਉਸ ਨੂੰ ਐਗਜ਼ਾਮਪਲ ਨੂੰ ਫਿਰ ਅਸੀਂ ਦੁਹਰਾਉਣਾ ਹੈ ਪੰਜਾਬ ਦੇ ਵਿੱਚ। ਸੋ ਸਭ ਤੋਂ ਵਧੀਆ ਰਿਜ਼ਲਟ ਆਉਣਗੇ। ਸੋ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਬਹੁਤ ਜੀ ਸੁਦੇਸ਼ ਮਨਹਾਸ ਜੀ, ਜੋ BSP ਦੇ ਪਹਿਲੇ ਜਿਹੜੇ ਇੱਥੇ ਸ਼ੁਰੂ ਹੋਏ ਆ ਪਾਰਟੀ ਓਵਰਸੀਜ਼ ਨੂੰ ਲੈ ਕੇ, ਉਹਨਾਂ ਦੇ ਪਹਿਲੇ ਮੈਂਬਰਾਂ 'ਚੋਂ ਨੇ। 7 ਤੋਂ 9 ਟਿਊਜ਼ਡੇ ਸੇਮ ਪ੍ਰੋਗਰਾਮ ਦਿਖਾਇਆ ਜਾਏਗਾ ਜੋ ਅੱਜ ਹੋ ਰਿਹਾ। ਸ਼੍ਰੀ 108 ਸੰਤ ਸਰਵਨਦਾਸ ਜੀ ਬਰਸੀ ਸਮਾਗਮ ਜਿਹੜਾ ਆ ਅੰਮ੍ਰਿਤ ਬਾਣੀ ਸੈਂਟਰ ਵਿਖੇ 10 ਤੋਂ 2 ਵਜੇ ਤੱਕ ਹੋਏਗਾ। ਸੋ ਇਹ ਨੋਟ ਕਰਨਾ, ਇੱਕ ਵਾਰੀ ਮੈਂ ਫਿਰ ਵੀ ਤੁਹਾਨੂੰ ਰਿਮੈਂਬਰ ਕਰਾਂਗਾ। ਸਾਡੇ ਕੋਲ 3 ਮਿੰਟ ਰਹਿੰਦੇ ਆ ਜੀ। 3 ਮਿੰਟਾਂ ਦੇ ਵਿੱਚ ਜੋ ਅੱਜ ਅਸੀਂ ਗੱਲ ਕੀਤੀ ਆ, ਇਹਦੇ ਬਾਰੇ ਤੁਸੀਂ 1 ਮਿੰਟ 'ਚ ਕੀ ਨਿਚੋੜ ਕੱਢਦੇ? ਨਿਚੋੜ ਦੇਖੋ ਜੀ, ਮੈਂ ਤੇ ਪਹਿਲਾਂ ਹੀ ਕਹਿ ਚੁੱਕਾ, ਤੁਸੀਂ ਸਾਰੇ ਇਸ ਗੱਲ ਨੂੰ ਠੀਕ ਸਮਝਦੇ ਆ ਕਿ ਜਿਹੜਾ ਗੱਠਜੋੜ ਠੀਕ ਹੋਇਆ ਜੀ, ਪਰ ਮੈਂ ਸਮਝਦਾ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਆ ਜੀ, ਇਹਨਾਂ ਨੂੰ ਇੰਡੀਪੈਂਡੈਂਟਲੀ ਇਲੈਕਸ਼ਨ ਐਤਕੀ ਲੜਨਾ ਚਾਹੀਦਾ ਸੀਗਾ ਜੀ। ਮੈਂ ਤਾਂ ਇਹ ਇੱਥੇ ਖੜਾ ਪਹਿਲੇ ਵਾਲੀ ਗੱਲ ਤੇ। ਬਾਕੀ ਜਿਹੜੀ ਗੱਲ ਵਾ ਬਈ ਇਹ ਜਿਹੜੀ ਵੋਟ ਅਕਾਲੀਆਂ ਦੀ ਜਿਹੜੀ ਵੋਟ ਸੀਗੀ ਉਹ ਡੁੱਬਦੀ ਜਾ ਰਹੀ ਸੀ, ਇਹ ਤਾਂ ਤੁਹਾਨੂੰ ਬਚਾਉਣ ਲਈ ਉਹਨਾਂ ਨਾਲ ਹੱਕਾਂ ਮਾਰੀਆਂ ਵੀ ਬਚਾਓ। ਹੁਣ ਦੇਖੋ ਬਚਦੀ ਕਿ ਨਹੀਂ ਬਚਦੀ, ਨਹੀਂ ਤਾਂ ਕਿਤੇ ਬਹੁਜਨ ਸਮਾਜ ਪਾਰਟੀ ਵੀ ਨਾਲ ਡੁੱਬ ਜਾਏ ਜੀ, ਜਿੱਦਾਂ ਦੇ ਇਸ ਵੇਲੇ ਅਕਾਲੀਆਂ ਦੇ ਹਾਲ ਵਾ। ਅੱਜ ਤੱਕ ਅਕਾਲੀ ਫੂਲਾ ਸਿੰਘ ਦੀ ਗੱਲ ਕਰੀਏ, ਬਾਬਾ ਦੀਪ ਸਿੰਘ ਦੀ ਗੱਲ ਕਰੀਏ ਜਾਂ ਹੋਰ ਮਹਾਂਪੁਰਸ਼ਾਂ ਦੀ ਗੱਲ ਕਰੀਏ, ਉਹਨਾਂ ਨੇ ਹਾਂਜੀ ਥਰਸਡੇ ਨਾਈਟ ਜਿਹੜਾ ਸਾਡਾ ਪ੍ਰੋਗਰਾਮ ਹੀ ਹੁੰਦਾ ਵੀਰਵਾਰ ਨੂੰ, ਉਹ 7 ਤੋਂ 9 2 ਘੰਟੇ ਦਾ ਹੋਏਗਾ ਪੱਖ ਦੇ ਮਸਲੇ। ਸੋ ਸੰਤ ਸਰਵਣਦਾਸ ਜੀ ਦੀ ਮਹਾਰਾਜ ਜੀ ਦੀ ਬਰਸੀ ਜਿਹੜੀ ਹੈਗੀ ਅੰਮ੍ਰਿਤ ਬਾਣੀ ਸੈਂਟਰ 10 ਤੋਂ 2 ਵਜੇ ਹੋਵੇਗੀ।
ਉਹ ਪ੍ਰੋਗਰਾਮ ਵੀ ਜ਼ਰੂਰ ਅਟੈਂਡ ਕਰਨਾ। ਇੱਕ ਕਾਲ ਹੈ ਜੀ, ਜੈ ਲੈ ਲਈਏ, ਉਸ ਤੋਂ ਬਾਅਦ ਅੱਜ ਸਮਾਪਤੀ ਵੱਲ ਹੋਊਗਾ ਜੀ। ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਹਾਂਜੀ, ਉੱਚੀ ਬੋਲੋ ਥੋੜਾ ਜੀ, ਤੁਸੀਂ ਆਉਣੇ ਰਹਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੱਜ ਸਾਹਿਬ ਚਰਨਜੀਤ ਬੋਲਦੀ ਕਾਵੰਟੀ ਤੋਂ ਜੀ। ਹਾਂਜੀ, ਤੁਸੀਂ ਆਉਣੇ ਰਹਾ ਜੀ, ਬੋਲੋ। ਹਾਂਜੀ, ਮੇਰਾ ਕੁਐਸਚਨ ਤੁਹਾਡੇ ਮੌਇਜ਼ ਮਹਿਮਾਨ ਦੇ ਕੋਲ ਆ ਵੀ ਕੀ ਜਿਹੜਾ 1996 ਦੇ ਵਿੱਚ ਸਮਝੌਤਾ ਹੋਇਆ ਸੀ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ, ਕੀ ਇਹ ਸਮਝੌਤਾ ਬਿਲਕੁਲ ਉਦਾਂ ਦਾ ਹੀ ਨਹੀਂ ਨਜ਼ਰ ਆ ਰਿਹਾ? ਦੱਸੋ ਜੀ, ਤੁਹਾਡਾ ਸਵਾਲ। ਇਹ ਬਿਲਕੁਲ ਜੀ 1996 ਦਾ ਜਿਹੜਾ ਸਮਝੌਤਾ ਸੀ, ਜਿਹਦੇ 'ਚ ਲੋਕ ਸਭਾ ਦਾ ਸਮਝੌਤਾ ਸੀ 8 ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੀਟਾਂ ਨੇ, 3 ਬਹੁਜਨ ਸਮਾਜ ਪਾਰਟੀ ਨੇ, ਤੇ ਉਸੇ ਨੂੰ ਦੁਬਾਰਾ 25 ਸਾਲ ਬਾਅਦ ਰਿਪੀਟ ਕੀਤਾ ਆ। ਸੋ ਉਹੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਸ ਤੋਂ ਸਾਲ ਬਾਅਦ ਕਿਸੇ ਕਾਰਨਾਂ ਕਰਕੇ ਸਮਝੌਤਾ ਅੱਗੇ ਨਹੀਂ ਵੱਧ ਸਕਿਆ ਤੇ ਉਹ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਬੀਜੇਪੀ ਨੂੰ ਸਮਝੌਤਾ ਸਕਦਾ ਸੀਗਾ, ਕਿਉਂਕਿ ਦੋਨਾਂ ਪਾਰਟੀਆਂ ਦੇ ਜਿਹੜੇ ਲੀਡਰਸ ਸੀਗੇ ਉਹਨਾਂ ਨੂੰ ਤਾਂ ਪੈਸੇ ਵੰਡਣ ਤੋਂ ਬੇਰ ਨਹੀਂ ਸੀ। ਅਸੀਂ ਅਕਾਲੀ ਦਲ ਦੇ ਸਮਰਥਕ ਸੀ। ਮੈਂ ਹੁਣ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦੀ ਇਸ ਟਾਈਮ ਤੇ। ਉਹ ਜਦੋਂ ਪਵਨ ਕੁਮਾਰ ਟੀਨੂ ਨੂੰ ਖੜਾ ਕੀਤਾ ਗਿਆ ਸੀ ਤੇ ਸਾਡੇ ਬੰਗਾ ਏਰੀਏ ਦੇ ਵਿੱਚੋਂ ਅਕਾਲੀ ਦਲ ਦੇ ਸਮਰਥਕ ਸੀ, ਉਹਨਾਂ ਨੇ ਸਾਡੇ ਕੋਲ ਰੈਲੀ ਕੀਤੀ ਸੀ। ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ। ਸਾਰੀ ਰੈਲੀ ਦੇ ਜਿੰਨੇ ਲੋਕ ਸੀ ਸਾਡੇ ਕੋਲ ਆਏ, ਪੂਰਾ ਅਰੇਂਜਮੈਂਟ ਕੀਤਾ ਸੀ। ਜਿਹੜਾ ਫੰਡ ਉਹਨਾਂ ਨੂੰ ਦਿੱਤਾ ਗਿਆ, ਉਹਨਾਂ ਨੇ ਸਾਡੇ ਪੰਡਾਲ ਨੂੰ ਛੱਡਣ ਤੋਂ ਬਾਹਰ ਖੜੇ ਹੋ ਕੇ ਪੈਸੇ ਵੰਡੇ। ਸਾਡੇ ਹਿੱਸੇ ਦੇ ਸਾਨੂੰ ਦੇ। ਇੱਕ ਮਿੰਟ ਜੀ ਭੈਣ ਜੀ, ਤੁਸੀਂ ਅਗਲੀ ਵੀਕ ਸਾਡੇ ਨਾਲ ਗੱਲ ਕਰੋ। 1 ਮਿੰਟ ਰਹਿ ਗਿਆ। ਸੁਰਜੀਤ ਪਾਤਰ ਕਹਿੰਦਾ ਕਿ ਉਹ ਜਦੋਂ ਇਲੈਕਸ਼ਨ ਹੋ ਜਾਂਦੀ ਉਹਨਾਂ ਨੂੰ ਵੋਟਾਂ ਗਿਣਨ ਦਿਓ, ਆਓ ਅਸੀਂ ਲਾਸ਼ਾਂ ਗਿਣ ਲਈਏ। ਇਹ ਸੋ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਬਿਲਕੁਲ ਸਹੀ ਆ। ਜੋੜ ਤੋੜ ਦੀ ਗੱਲ ਕਰ ਸੱਜਣਾ, ਜੋੜ ਤੋੜ ਦੀ ਗੱਲ ਕਰ। ਜੇ ਖਰੀਦਣਾ ਹੀ ਤਾਂ ਲੱਖਾਂ ਦੀ ਨਹੀਂ, ਕਰੋੜ ਦੀ ਗੱਲ ਕਰ। ਇਹ ਹੁੰਦੇ ਰਹੇ ਨੇ ਪਾਰਟੀਆਂ ਦੇ ਵਿੱਚ, ਲੇਕਿਨ ਬਹੁਜਨ ਸਮਾਜ ਪਾਰਟੀ ਇਸ ਲੈਵਲ ਤੇ ਹਜੇ ਨਹੀਂ ਪਹੁੰਚੀ ਵੀ ਉਹਨੂੰ ਕੋਈ ਕਰੋੜਾਂ ਦੇ ਸਕੇ। ਤੁਹਾਡੀ ਬਹੁਤ ਮਿਹਰਬਾਨੀ। ਪ੍ਰੋਗਰਾਮ ਥੋੜਾ ਸੀਗਾ, ਟਾਈਮ ਤੁਹਾਡੇ ਲਈ ਥੋੜਾ ਸੀ। ਜੇ ਅਗਲੀ ਵੀਕੇ ਅਸੀਂ ਵੀਰਵਾਰ ਤੋਂ 7 ਤੋਂ 9 ਆਵਾਂਗੇ। ਪਹਿਲੇ ਕਾਲ ਬੇਸ਼ੱਕ ਤੁਸੀਂ ਕਰਿਓ, ਆਪਣੀ ਸਾਰੀ ਗੱਲ ਕਿਉਂ, ਅਸੀਂ ਕੱਟਾਂਗੇ ਨਹੀਂ, ਅਸੀਂ ਕੱਟਦੇ ਨਹੀਂ ਹੁੰਦੇ। ਉਹਦੀ ਗੱਲ ਕੱਟੀ ਦੀ ਜਿਹੜੀ ਚੰਗੀ, ਮਤਲਬ ਐਵੇਂ ਜਿਹੜੀ ਇੱਧਰ ਉੱਧਰ ਦੀ ਹੋਵੇ। ਸੋ ਮਾਫੀ ਚਾਹੁੰਦਾ, ਸਿਰਫ 12 ਸੈਕਿੰਡ ਆ, ਤੁਸੀਂ ਗੱਲ ਨਹੀਂ ਕਰ ਪਾਓਗੇ। ਵੀਰਵਾਰ ਨੂੰ 7 ਤੋਂ 9 ਵਜੇ ਸਾਡਾ ਇਹ ਪ੍ਰੋਗਰਾਮ ਪੱਖ ਦੇ ਮਸਲੇ ਹੋਏਗਾ। ਦੁਬਾਰਾ ਤੁਸੀਂ ਆਪਣੀ ਜਿੰਨੀ ਮਰਜ਼ੀ ਗੱਲ ਰੱਖਿਓ ਤਾਂ ਅਸੀਂ ਤੁਹਾਡੀ ਗੱਲ ਸੁਣਾਂਗੇ। ਦੋਨੇ ਸਾਥੀ ਆਏ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ ਜੈ ਭੀਮ।